ਇੱਕ ਤਾਂ ਅਕਾਲੀ ਉਹ ਹੁੰਦੇ ਸੀ ਜਿਹੜੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਦ ਦਾ ਖਾਲਸੇ ਕਾ। ਇੱਕ ਅਕਾਲੀ ਉਹ ਆ ਜਿਹੜੇ ਸਾਨੂੰ ਬਾਦਲ ਸਾਹਿਬ ਨੇ ਬਖਸ਼ੇ ਆ, ਬਾਦਲ ਪਰਿਵਾਰ ਨੇ ਬਖਸ਼ੇ ਆ, ਬਾਦਲ ਦਲ ਨੇ ਬਖਸ਼ੇ ਹੋਣ ਮੋਨ ਗੈਰ ਸਿੱਖ ਇਹਨਾਂ ਲੋਕਾਂ ਨੂੰ ਸਿਆਸੀ ਤੌਰ ਦੇ ਉੱਤੇ ਇਹਨਾਂ ਨੇ ਅਕਾਲੀ ਗਰਦਾਨ ਕੇ ਸਾਰੇ ਸਿੱਖ ਇਤਿਹਾਸ ਨੂੰ, ਖਾਸ ਤੌਰ ਤੇ ਅਕਾਲੀ ਫੂਲਾ ਸਿੰਘ ਤੋਂ ਲੈ ਕੇ ਜੋ ਅਕਾਲੀ ਹੋਣ ਦਾ ਇਤਿਹਾਸ ਚੱਲਦਾ ਉਹਨੂੰ ਦਾਗਦਾਰ ਕੀਤਾ। ਉਹ ਜਿਹੜਾ ਲੋਕਾਂ ਨਾਲ ਠੱਗੀ ਠੋਰੀ ਮਾਰੀ ਸਾਰਿਆਂ ਨੇ ਰਲ ਮਿਲ ਕੇ, ਆਖਰ ਉਹ ਜਿਹੜਾ ਭਾਂਡਾ ਉਹ ਟੁੱਟ ਚੁੱਕਿਆ, ਘੜਾ ਭਰ ਕੇ ਜਿਹੜਾ ਡੁੱਲ ਚੁੱਕਿਆ, ਖਤਮ ਹੋ ਚੁੱਕਿਆ। ਸੋ ਹੁਣ ਸਾਰੇ ਛਾਲਾਂ ਮਾਰ ਮਾਰ ਕੇ ਜਿਹੜੇ ਨੇ ਉਹ ਜਾ ਰਹੇ ਨੇ। ਪੰਜਾਬ ਚੋਣਾਂ 'ਚ ਵੱਡੀ ਹਾਰ ਤੋਂ ਬਾਅਦ ਦਿੱਲੀ ਵਿੱਚ ਵੀ ਬਾਦਲ ਦਲ ਨੂੰ ਛੇਤੀ ਹੀ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ। ਬਾਦਲ ਦਲ ਨਾਲ ਸੰਬੰਧਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੁਣੇ ਗਏ ਕੁੱਲ 27 ਮੈਂਬਰਾਂ ਦੇ ਵਿੱਚੋਂ ਇੱਕ ਦੋ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਬਾਦਲ ਦਲ ਨੂੰ ਅਲਵਿਦਾ ਕਹਿਣ ਦੀ ਤਿਆਰੀ ਕਰ ਲਈ। ਇਸ ਸਾਰੀ ਖੇਡ ਦੇ ਪਿੱਛੇ ਮਨਜਿੰਦਰ ਸਿੰਘ ਸਰਸਾ ਹੀ ਹੋ ਸਕਦਾ, ਕਿਉਂਕਿ ਇਹ ਖਬਰ ਅਜੀਤ ਵਿੱਚ ਜਦੋਂ ਛਪੀ ਆ ਤਾਂ ਨਾਲ ਲਿਖਿਆ ਹੋਇਆ ਕਿ ਇਸ ਨਵੀਂ ਪਾਰਟੀ ਬਣਾ ਕੇ ਬਾਦਲ ਦਲ ਨੂੰ ਝਟਕਾ ਮਾਰਨ ਦੀ ਕਵਾਇਦ ਪਿੱਛੇ ਭਾਜਪਾ ਦੇ ਇੱਕ ਵੱਡੇ ਸਿੱਖ ਆਗੂ ਦਾ ਨਾਮ ਦੱਸਿਆ ਜਾ ਰਿਹਾ। ਦਿੱਲੀ ਤੋਂ ਬਗੈਰ ਜਿੰਨੀਆਂ ਵੀ ਸਿੱਖਾਂ ਦੀਆਂ ਹੋਰ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਬਾਦਲ ਦਲ ਦੀ ਪੂਰੀ ਤੂਤੀ ਬੋਲਦੀ ਰਹੀ ਆ, ਉਹਨਾਂ ਸਾਰਿਆਂ ਦੇ ਵਿੱਚ ਹੌਲੀ ਹੌਲੀ ਸਹਿਜੇ ਸਹਿਜੇ ਇਹ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਬਾਦਲ ਦਲ ਦਾ ਪੱਤਾ ਸਾਫ਼ ਹੁੰਦਾ ਜਾ ਰਿਹਾ। ਇੱਥੇ ਪੰਜਾਬ ਦੀ ਸਿਆਸਤ ਤੋਂ ਜੇ ਬਾਹਰ ਆਈਏ, ਜਿੰਨੇ ਡੇਰੇਦਾਰ ਸਾਧ ਬਾਬੇ ਆ ਉਹਨਾਂ ਸਾਰਿਆਂ ਨੇ ਵੀ ਆਪਣੀਆਂ ਵਫਾਦਾਰੀਆਂ ਵੋਟਾਂ ਤੋਂ ਪਹਿਲਾਂ ਹੀ ਦਿਖਾਤੀਆਂ ਸੀ ਵੀ ਅਸੀਂ ਤਾਂ ਬੀਜੇਪੀ ਨਾਲ ਆ, ਮੋਦੀ ਨਾਲ ਆ। ਜਿਨ੍ਹਾਂ ਸਾਰਿਆਂ ਨੂੰ ਐਂਟੀ ਪੰਥਕ ਲੋਕਾਂ ਨੂੰ, ਸਿੱਖ ਸਿਧਾਂਤ ਦੇ ਵਿਰੋਧੀਆਂ ਨੂੰ ਬਾਦਲ ਸਾਹਿਬ ਨੇ, ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਵਿੱਚ ਲਿਆ ਕੇ ਅਕਾਲੀ ਦਲ ਦੇ ਰਾਹੀਂ ਉਹਨਾਂ ਨੂੰ ਜਿਹੜੇ ਨਜ਼ਾਰੇ ਐਸ਼ਾ ਕਰਾਈਆਂ ਨੇ, ਉਹਨਾਂ ਦੀ ਮਨਮਰਜ਼ੀ ਚਲਵਾਈ ਆ, ਪੰਥ ਵਿਰੋਧੀ ਫੈਸਲੇ ਹੋਣ ਦਿੱਤੇ ਆ, ਉਹ ਅੱਜ ਸਾਰੇ ਜਾਣੇ ਸਾਥ ਛੱਡ ਕੇ ਭੱਜ ਗਏ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਤੇ ਇਹਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਹੁਣ ਪੰਜਾਬ ਦੇ ਵਿੱਚ ਕੰਮ ਕਰੂਗੀ। ਜਦੋਂ ਇਹ ਖਬਰ ਸੁਣ ਰਿਹਾ ਸੀ ਤਾਂ ਨਾਲ ਦੀ ਨਾਲ ਇੱਕ ਖਬਰ ਆ ਰਹੀ ਸੀ ਕਿ ਕਾਂਗਰਸ ਦੇ ਆਗੂ ਨਵਜੋਤ ਸਿੱਧੂ ਨੇ ਕਾਂਗਰਸ ਤੋਂ ਅਸਤੀਫਾ ਜਿਹੜਾ ਹੈਗਾ ਪ੍ਰਧਾਨਗੀ ਤੋਂ ਦੇ ਦਿੱਤਾ। ਨਾਲ ਦੀ ਨਾਲ ਇੱਕ ਖਬਰ ਬਠਿੰਡੇ ਤੋਂ ਆ ਗਈ ਕਿ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸੀ ਇਸ ਵਾਰੀ, ਤੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਉਹਨੇ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਹੁਣ ਜਾਂ ਤਾਂ ਇਹ ਆਪਦੇ ਹਿਸਾਬ ਕਿਤਾਬ ਦੇ ਨਾਲ ਬੀਜੇਪੀ 'ਚ ਜਾਊ ਤੇ ਜਾਂ ਕੋਈ ਹੋਰ ਰਾਹ ਫੜੂ, ਪਰ ਲੰਮਾ ਸਮਾਂ ਬਾਦਲ ਸਾਹਿਬ ਦੀ ਛਤਰ ਛਾਇਆ ਹੇਠ ਬਠਿੰਡੇ ਹਲਕੇ ਤੋਂ ਅਕਾਲੀ ਦਲ ਦੇ ਵਿੱਚ ਰਹਿ ਕੇ ਆਪਦੀ ਸਿਆਸਤ ਕਰਨ ਵਾਲੇ ਇਸ ਅਕਾਲੀ ਵਿਧਾਇਕ ਨੇ, ਹੁਣ ਇੱਕ ਤਾਂ ਅਕਾਲੀ ਉਹ ਹੁੰਦੇ ਸੀ ਜਿਹੜੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਦ ਦਾ ਖਾਲਸੇ ਕਾ। ਇੱਕ ਅਕਾਲੀ ਉਹ ਆ ਜਿਹੜੇ ਸਾਨੂੰ ਬਾਦਲ ਸਾਹਿਬ ਨੇ ਬਖਸ਼ੇ ਆ, ਬਾਦਲ ਪਰਿਵਾਰ ਨੇ ਬਖਸ਼ੇ ਆ, ਬਾਦਲ ਦਲ ਨੇ ਬਖਸ਼ੇ। ਤੋਂ ਘੋਣ ਮੋਨ ਗੈਰ ਸਿੱਖ ਇਹਨਾਂ ਲੋਕਾਂ ਨੂੰ ਸਿਆਸੀ ਤੌਰ ਦੇ ਉੱਤੇ ਇਹਨਾਂ ਨੇ ਅਕਾਲੀ ਗਰਦਾਨ ਕੇ ਸਾਰੇ ਸਿੱਖ ਇਤਿਹਾਸ ਨੂੰ, ਖਾਸ ਤੌਰ ਤੇ ਅਕਾਲੀ ਫੂਲਾ ਸਿੰਘ ਤੋਂ ਲੈ ਕੇ ਜੋ ਅਕਾਲੀ ਹੋਣ ਦਾ ਇਤਿਹਾਸ ਚੱਲਦਾ ਉਹਨੂੰ ਦਾਗਦਾਰ ਕੀਤਾ। ਤੇ ਨਾ ਇਹਨਾਂ ਨੇ ਸ਼ਰਮ ਕੀਤੀ ਆ ਵੀ ਨਾ ਤਾਂ ਅਸੀਂ ਅਕਾਲ ਤਖਤ ਨੂੰ, ਅਕਾਲ ਪੁਰਖ ਨੂੰ ਸਮਰਪਿਤ ਆ, ਅਸੀਂ ਕਾਹਤੋਂ ਅਕਾਲੀ ਵਿਧਾਇਕ ਜਾਂ ਅਕਾਲੀ ਲੀਡਰ ਕਹਾਈਏ। ਤੋ ਜਿਹੜਾ ਲੋਕਾਂ ਨਾਲ ਠੱਗੀ ਠੋਰੀ ਮਾਰੀ ਸਾਰਿਆਂ ਨੇ ਰਲ ਮਿਲ ਕੇ, ਆਖਰ ਉਹ ਜਿਹੜਾ ਭਾਂਡਾ ਉਹ ਟੁੱਟ ਚੁੱਕਿਆ, ਘੜਾ ਭਰ ਕੇ ਜਿਹੜਾ ਡੁੱਲ ਚੁੱਕਿਆ, ਖਤਮ ਹੋ ਚੁੱਕਿਆ। ਸੋ ਹੁਣ ਸਾਰੇ ਛਾਲਾਂ ਮਾਰ ਮਾਰ ਕੇ ਜਿਹੜੇ ਨੇ ਉਹ ਜਾ ਰਹੇ ਨੇ। ਤੇ ਇਹਦੇ ਨਾਲ ਦੀ ਨਾਲ ਇੱਕ ਖਬਰ ਅੱਜ ਅਖਬਾਰਾਂ 'ਚ ਬੜੀ ਚਰਚਾ 'ਚ ਹੈ, ਜਿਹੜੀ ਬੜੀ ਅਹਿਮ ਵੀ ਹੈ ਕਿ ਪੰਜਾਬ ਦੇ ਵਿੱਚ ਤਾਂ ਜਿਹੜਾ ਭੋਗ ਪਿਆ ਬਾਦਲ ਦਲ ਦਾ ਸੋ ਪਿਆ, ਪਰ ਅੱਜ ਦੇ ਅਜੀਤ ਅਖਬਾਰ ਦੇ ਵਿੱਚ ਇੱਕ ਦਿੱਲੀ ਦੇ
सियासी सफा की खबर आ जिहड़ी बड़ी इंपोर्टेंट आ, बड़ी अहम है। ਉਹਦੇ ਵਿੱਚ ਇਹ ਆ ਕਿ ਪੰਜਾਬ ਚੋਣਾਂ 'ਚ ਵੱਡੀ ਹਾਰ ਤੋਂ ਬਾਅਦ ਦਿੱਲੀ ਵਿੱਚ ਵੀ ਬਾਦਲ ਦਲ ਨੂੰ ਛੇਤੀ ਹੀ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ। ਬਾਦਲ ਦਲ ਨਾਲ ਸੰਬੰਧਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੁਣੇ ਗਏ ਕੁੱਲ 27 ਮੈਂਬਰਾਂ ਦੇ ਵਿੱਚੋਂ ਇੱਕ ਦੋ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਬਾਦਲ ਦਲ ਨੂੰ ਅਲਵਿਦਾ ਕਹਿਣ ਦੀ ਤਿਆਰੀ ਕਰ ਲਈ ਹੈ ਤੇ ਉਹਨਾਂ ਨੇ ਇੱਕ ਫੈਸਲਾ ਕਰਕੇ ਆਪਦੀ ਇੱਕ ਨਵੀਂ ਧਾਰਮਿਕ ਪਾਰਟੀ ਰਜਿਸਟਰਡ ਕਰਵਾ ਲਈ ਆ ਤੇ ਇਹ ਕਮੇਟੀ ਜਿਹੜੀ ਆ, ਜਿਹੜਾ ਇਸ ਟਾਈਮ ਪ੍ਰਧਾਨ ਆ ਹਰਮੀਤ ਸਿੰਘ ਕਾਲਕਾ, ਉਹਦੇ ਸਮੇਤ ਬਾਦਲ ਦਲ ਦੀ ਟਿਕਟ ਤੋਂ ਜਿੰਨੇ ਚੋਣ ਲੜ ਕੇ ਜਿੱਤ ਚੁੱਕੇ ਆ ਉਹਨਾਂ ਨੇ ਆਪਦੀ ਜਿਹੜੀ ਸਾਰੀ ਗੱਲਬਾਤ ਆ ਉਹ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਦੱਸ ਦਿੱਤਾ ਤੇ ਇਹ ਵੀ ਹੈ ਕਿ ਇਸ ਬਾਦਲ ਦਲ ਨੂੰ ਛੱਡਣ ਦਾ ਜਿਹੜਾ ਫੈਸਲਾ, ਜਿਹੜਾ ਠੀਕਰਾ ਭੰਨਣਾ, ਉਹ ਵੀ ਉਹਨਾਂ ਨੇ ਬਾਦਲ ਦਲ ਦੇ ਆਗੂਆਂ ਦੇ ਸਿਰ ਤੇ ਹੀ ਭੰਨਣਾ ਹੈ ਤੇ ਰਜਿਸਟਰਡ ਪਾਰਟੀ ਜਿਹੜੀ ਆ ਉਹਦਾ ਪ੍ਰਧਾਨ ਆ ਹਰਮੀਤ ਸਿੰਘ ਕਾਲਕਾ ਬਣੂਗਾ ਤੇ ਇਹ ਉਹੀ ਸ਼ਖਸ ਆ ਜਿਹਨੇ ਕੁਝ ਸਮਾਂ ਪਹਿਲਾਂ ਬਾਦਲ ਦਲ ਦੀ ਜਿਹੜੀ ਦਿੱਲੀ ਪ੍ਰਦੇਸ਼ ਦੀ ਪ੍ਰਧਾਨਗੀ ਆ ਉਹਦੇ ਤੋਂ ਅਸਤੀਫਾ ਦਿੱਤਾ ਸੀਗਾ। ਤੋਂ ਇਸ ਸਾਰੀ ਖੇਡ ਦੇ ਪਿੱਛੇ ਮਨਜਿੰਦਰ ਸਿੰਘ ਸਰਸਾ ਹੀ ਹੋ ਸਕਦਾ, ਕਿਉਂਕਿ ਇਹ ਖਬਰ ਅਜੀਤ ਵਿੱਚ ਜਦੋਂ ਛਪੀ ਆ ਤਾਂ ਨਾਲ ਲਿਖਿਆ ਹੋਇਆ ਕਿ ਇਸ ਨਵੀਂ ਪਾਰਟੀ ਬਣਾ ਕੇ ਬਾਦਲ ਦਲ ਨੂੰ ਝਟਕਾ ਮਾਰਨ ਦੀ ਕਵਾਇਦ ਪਿੱਛੇ ਭਾਜਪਾ ਦੇ ਇੱਕ ਵੱਡੇ ਸਿੱਖ ਆਗੂ ਦਾ ਨਾਮ ਦੱਸਿਆ ਜਾ ਰਿਹਾ ਤੇ ਇਸ ਤਰੀਕੇ ਨਾਲ ਹੁਣ ਦਿੱਲੀ ਦੇ ਵਿੱਚ ਬਾਦਲ ਦਲ ਦਾ ਭੋਗ ਪੈਣ ਜਾ ਰਿਹਾ। ਦਿੱਲੀ ਵਿੱਚ ਭੋਗ ਪੈਣ ਜਾ ਰਿਹਾ ਤੇ ਦਿੱਲੀ ਤੋਂ ਬਗੈਰ ਜਿੰਨੀਆਂ ਵੀ ਸਿੱਖਾਂ ਦੀਆਂ ਹੋਰ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਬਾਦਲ ਦਲ ਦੀ ਪੂਰੀ ਤੂਤੀ ਬੋਲਦੀ ਰਹੀ ਆ, ਉਹਨਾਂ ਸਾਰਿਆਂ ਦੇ ਵਿੱਚ ਹੌਲੀ ਹੌਲੀ ਸਹਿਜੇ ਸਹਿਜੇ ਇਹ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਬਾਦਲ ਦਲ ਦਾ ਪੱਤਾ ਸਾਫ਼ ਹੁੰਦਾ ਜਾ ਰਿਹਾ। ਤਖਤ ਸ੍ਰੀ ਹਜੂਰ ਸਾਹਿਬ ਦਾ ਬੋਰਡ, ਤਖਤ ਸ੍ਰੀ ਪਟਨਾ ਸਾਹਿਬ ਦੇ ਬੋਰਡ ਤੋਂ ਬਾਅਦ ਵਿੱਚ ਜੇ ਪੰਜਾਬ ਵਿੱਚ ਆਈਏ ਤਾਂ ਚੀਫ ਖਾਲਸਾ ਦੀਵਾਨ ਜਿਹੜੀ ਆ ਉਹਦਾ ਪ੍ਰਧਾਨ ਨਿਰਮਲ ਸਿੰਘ ਚੜਾਈ ਕਰ ਗਿਆ ਤੇ ਉਹਦੀ ਥਾਂ ਤੇ ਇੰਦਰਵੀਰ ਸਿੰਘ ਨਿੱਜਰ, ਜਿਹੜਾ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਚੁਣਿਆ ਗਿਆ ਇਸ ਵਾਰੀ ਅੰਮ੍ਰਿਤਸਰ ਤੋਂ, ਉਹਨੂੰ ਬਣਾਇਆ ਗਿਆ। ਸੋ ਇੱਥੇ ਵੀ ਬਾਦਲ ਦਲ ਦਾ ਜਿਹੜਾ ਵਕਾਰ ਤੇ ਆਧਾਰ ਅਕਸ ਜਿਹੜਾ ਹੈ ਉਹ ਖਤਮ ਹੈ। ਤੋ ਇੱਥੇ ਪੰਜਾਬ ਦੀ ਸਿਆਸਤ ਤੋਂ ਜੇ ਬਾਹਰ ਆਈਏ, ਜਿੰਨੇ ਡੇਰੇਦਾਰ ਸਾਧ ਬਾਬੇ ਆ ਉਹਨਾਂ ਸਾਰਿਆਂ ਨੇ ਵੀ ਆਪਦੀਆਂ ਵਫਾਦਾਰੀਆਂ ਵੋਟਾਂ ਤੋਂ ਪਹਿਲਾਂ ਹੀ ਦਿਖਾਤੀਆਂ ਸੀ ਵੀ ਅਸੀਂ ਤਾਂ ਬੀਜੇਪੀ ਨਾਲ ਆ, ਮੋਦੀ ਨਾਲ ਆ। ਸੋ ਜਿਨ੍ਹਾਂ ਸਾਰਿਆਂ ਨੂੰ ਐਂਟੀ ਪੰਥਕ ਲੋਕਾਂ ਨੂੰ, ਸਿੱਖ ਸਿਧਾਂਤ ਦੇ ਵਿਰੋਧੀਆਂ ਨੂੰ ਬਾਦਲ ਸਾਹਿਬ ਨੇ, ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਵਿੱਚ ਲਿਆ ਕੇ ਅਕਾਲੀ ਦਲ ਦੇ ਰਾਹੀਂ ਉਹਨਾਂ ਨੂੰ ਜਿਹੜੇ ਨਜ਼ਾਰੇ ਐਸ਼ਾ ਕਰਾਈਆਂ ਨੇ, ਉਹਨਾਂ ਦੀ ਮਨਮਰਜ਼ੀ ਚਲਵਾਈ ਆ, ਪੰਥ ਵਿਰੋਧੀ ਫੈਸਲੇ ਹੋਣ ਦਿੱਤੇ ਆ, ਉਹ ਅੱਜ ਸਾਰੇ ਜਾਣੇ ਸਾਥ ਛੱਡ ਕੇ ਭੱਜ ਗਏ। ਸਾਰੇ ਦੇ ਸਾਰੇ ਉਹ ਬੰਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਜਾਣੀ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਜਿਹੜੀਆਂ ਤਿੰਨ ਸੰਸਥਾਵਾਂ ਪ੍ਰਗਟ ਹੋਈਆਂ, ਉਹ ਉਸ ਸਿੱਖ ਸਿਧਾਂਤ ਨੂੰ ਪ੍ਰਣਾਈਆਂ ਹੋਈਆਂ ਸੰਸਥਾਵਾਂ ਸੀ ਜਾਂ ਹੋਣੀਆਂ ਚਾਹੀਦੀਆਂ ਨੇ, ਜਿਹੜਾ ਗੁਰੂ ਨਾਨਕ ਪਾਤਸ਼ਾਹ ਤੋਂ ਚੱਲਿਆ ਆ ਰਿਹਾ। ਉਹਨੂੰ ਅੱਜ ਦੇ ਸਮੇਂ 'ਚ ਇੱਕ ਨਾਮ ਦਿੱਤਾ ਜਾ ਰਿਹਾ ਪੰਥਕ ਏਜੰਡਾ। ਵੀ ਪੰਥਕ ਏਜੰਡਾ ਕੀ ਹੈ? ਪੰਥਕ ਏਜੰਡਾ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਸਾਹਿਬਾਨ ਨੇ, 10 ਪਾਤਸ਼ਾਹੀਆਂ ਨੇ, ਗੁਰੂ ਗ੍ਰੰਥ ਸਾਹਿਬ ਨੇ, ਸਿੱਖ ਇਤਿਹਾਸ ਨੇ, ਗੌਰ ਇਤਿਹਾਸ ਨੇ, ਜੋ ਕੁਝ ਸਾਡੀ ਝੋਲੀ 'ਚ ਪਾਇਆ ਉਹ ਸਾਡਾ ਪੰਥਕ ਏਜੰਡਾ ਹੈ। ਤੋਂ ਪੰਥਕ ਏਜੰਡੇ ਨੂੰ ਸਮਰਪਿਤ ਹੋ ਕੇ ਪਿਛਲੀਆਂ 4-5 ਸਦੀਆਂ 'ਚ ਗੁਰੂ ਦੇ ਪਿਆਰੇ ਖਾਲਸੇ ਨੇ ਇਤਿਹਾਸ ਸਿਰਜਿਆ। ਸਮੇਂ ਦੇ ਨਾਲ ਨਾਲ ਕਈ ਵਾਰ ਵਿਅਕਤੀਆਂ ਉੱਤੇ ਜਾਂ ਕੌਮਾਂ ਉੱਤੇ ਕਿਸੇ ਨਾ ਕਿਸੇ ਚੀਜ਼ ਦਾ ਪ੍ਰਭਾਵ ਪੈ ਸਕਦਾ, ਪਰ ਉਹ ਵਕਤੀ ਹੁੰਦਾ। ਜਦੋਂ ਕੋਈ ਧਿਰ ਜਾਂ ਕੋਈ ਵਿਅਕਤੀ ਗਲਤ ਚੀਜ਼ ਨੂੰ ਸਦੀਵੀ ਤੌਰ ਤੇ ਕਿਸੇ ਕੌਮ ਦੇ ਕਿਸੇ ਸਿਧਾਂਤ ਨੂੰ ਗ੍ਰਹਿਣ ਲਾਉਣ ਲਈ ਵਰਤੇ ਤਾਂ ਫਿਰ ਉਹਦਾ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਤੇ ਉਹਨੂੰ ਖਮਿਆਜਾ ਲਾਜ਼ਮੀ ਭੁਗਤਣਾ ਪੈਂਦਾ। ਲਾਭ ਵੀ ਮਿਲਦਾ, ਕੌਮ ਦੇ ਦੁਸ਼ਮਣਾਂ ਦੇ ਵੱਲੋਂ ਲਾਹਾ ਮਿਲਦਾ, ਪਰ ਉਹਦਾ ਨੁਕਸਾਨ ਵੀ ਝੱਲਣਾ ਪੈਂਦਾ। ਸੋ ਜਿਹੜਾ ਅਕਾਲੀ ਦਲ ਸੀ ਉਹ ਗੁਰੂ ਨੂੰ ਸਮਰਪਿਤ ਗੁਰਸਿੱਖਾਂ ਦੀ ਇੱਕ ਇਹੋ ਜਿਹੀ ਜਮਾਤ ਹੋਇਆ ਕਰਦੀ ਸੀ ਜਿਹੜੇ ਅਕਾਲੀ
ਪੁਣੇ ਦੇ ਸਿਧਾਂਤ ਨੂੰ, ਅਕਾਲੀਅਤ ਦੇ ਸਿਧਾਂਤ ਨੂੰ ਪ੍ਰਣਾਏ ਲੋਕ ਸੀਗੇ। ਬੜੀ ਚੜ੍ਹਤ ਰਹੀ ਆ, ਬੜੀ ਬੱਲੇ ਬੱਲੇ ਰਹੀ ਹੈ। ਸੋ ਜਦੋਂ ਇਹ ਚੜ੍ਹਤ ਰੜਕ ਵੜਕ ਇਹ ਉਹਨਾਂ ਨੂੰ ਮਨਜ਼ੂਰ ਨਹੀਂ ਹੋ ਸਕਦੀ, ਜਿਹੜੇ ਪੰਥ ਦੇ ਵਿਰੋਧੀ, ਉਹਨਾਂ ਨੇ ਹੌਲੀ ਹੌਲੀ ਬਾਦਲ ਦਲ ਨੂੰ, ਬਾਦਲ ਪਰਿਵਾਰ ਨੂੰ ਹੌਲੀ ਹੌਲੀ ਆਪਦੇ ਕੜਾਵੇ 'ਚ ਲੈ ਕੇ ਇਹਨਾਂ ਨੂੰ ਸੱਤਾ ਦੀ ਲਾਲਸਾ ਵੀ ਤੁਸੀਂ ਤਾਂ 5 ਸਾਲ ਕਦੇ ਪੱਕੇ, ਕਿਉਂਕਿ ਇਹ ਗੱਲ ਪੱਕੀ ਰਹੀ ਆ ਕਿ ਕਾਂਗਰਸ ਨੇ ਹਰ ਵਾਰੀ ਸਰਕਾਰ ਕਿਸੇ ਨਾ ਕਿਸੇ ਬਹਾਨੇ ਬਾਦਲ ਦਲ ਅਕਾਲੀਆਂ ਦੀ ਭੰਗ ਕੀਤੀ ਪੰਜਾਬ 'ਚ ਜਦੋਂ ਵੀ ਕੀਤੀ, ਤੇ ਇਹਨਾਂ ਨੇ ਕਿਹਾ ਵੀ ਤੁਸੀਂ ਕੁਛ ਕੁ ਮਾੜਾ ਜਿਹਾ ਹੇਰ ਫੇਰ ਜੇ ਕਰ ਲਵੋ ਤਾਂ ਤੁਹਾਡੀ ਸਰਕਾਰ ਜਿਹੜੀ ਆ 5 ਸਾਲ ਚੱਲ ਸਕੂਗੀ। ਤੁਹਾਨੂੰ ਯਾਦ ਹੋਣਾ ਕਿ 1997 ਤੋਂ ਬਾਅਦ ਪਹਿਲੀ ਵਾਰੇ ਫੜ ਮਾਰੀ ਗਈ ਸੀ ਕਿ ਅਸੀਂ 5 ਸਾਲ ਰਾਜ ਪੂਰਾ ਕਰ ਲਿਆ, ਪਰ ਉਹ 5 ਸਾਲ ਰਾਜ ਤਾਂ ਪੂਰਾ ਕਰਨ ਦਿੱਤਾ ਗਿਆ ਜਦੋਂ ਤੁਸੀਂ ਅਕਾਲੀ ਸਿਧਾਂਤ ਨੂੰ ਤਿਆਗ ਦਿੱਤਾ ਤੇ ਅਕਾਲੀ ਦਲ ਦੇ ਵਿੱਚ ਗੈਰ ਸਿੱਖਾਂ ਨੂੰ ਵਾੜ ਲਿਆ, ਤੇ ਨਾਲ ਦੀ ਨਾਲ ਜਿਨ੍ਹਾਂ ਧਿਰਾਂ ਧੜਿਆਂ ਦਾ, ਜਿਨ੍ਹਾਂ ਵਿਅਕਤੀਆਂ ਦਾ ਸਿੱਖ ਸਿਧਾਂਤ ਨਾਲ ਸਿੱਧਾ ਸਿੱਧਾ ਵਿਰੋਧ ਰਿਹਾ, ਜਿਹੜੇ ਗੁਰਦੁਆਰਾ ਸੁਧਾਰ ਲਹਿਰ ਮੌਕੇ ਉਸ ਮਹੰਤ ਸ਼ਾਹੀ ਦੇ, ਬ੍ਰਾਹਮਣਵਾਦ ਦੇ ਤੇ ਸਿੱਖੀ ਦੀ ਉਲਟ ਧਿਰ ਦੇ ਪ੍ਰਤੀਨਿਧ ਸੀ, ਉਹਨਾਂ ਸਾਰਿਆਂ ਦੇ ਜਿਹੜੇ ਅੱਜ ਦੇ ਵਾਰਸ ਨੇ ਉਹਨਾਂ ਨਾਲ ਯਾਰੀ ਪਾ ਲਈ। ਆਰੀਆ ਸਮਾਜੀਆਂ ਨਾਲ, RSS ਨਾਲ, ਸ਼ਿਵ ਸੈਨਾ ਨਾਲ, ਤੇ ਇੱਕ ਹੋਰ ਧਿਰ ਵਾ ਜਿਹੜੀ ਬਿਲਕੁਲ ਪੰਥਕ ਤੇ ਕੌਮੀ ਚਿਹਰਾ ਬਣਾ ਕੇ ਕੌਮ ਦੇ ਨਾਲ ਨਾਲ ਚੱਲਦੀ ਰਹਿੰਦੀ ਹੈ, ਪਰ ਉਹਦਾ ਸਦਾ ਹੀ ਏਜੰਡਾ ਇਹ ਰਹਿੰਦਾ ਕਿ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਉਸ ਥਾਂ ਤੇ ਲਿਜਾ ਕੇ ਖੜਾ ਕਰਨਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਸਿੱਖੀ ਸ਼ੁਰੂ ਕੀਤੀ ਸੀ। ਸੋ ਉਸ ਤਰ੍ਹਾਂ ਦੀਆਂ ਗੱਲਾਂ ਕੁਝ ਹੋਰ ਇੱਧਰੋਂ ਉੱਧਰੋਂ ਰਲਾ ਕੇ ਇਹ ਜਿਹੜੇ ਸਾਧ ਬਾਬੇ ਆ, ਸੰਤ ਸਮਾਜ, ਇਹਨਾਂ ਦਾ 1990-91 ਤੋਂ ਬਾਅਦ ਜਦੋਂ ਖਾੜਕੂ ਸੰਘਰਸ਼ ਦੇ ਦਿਨਾਂ ਦੇ ਵਿੱਚ ਸਰਕਾਰ ਨੇ ਪੱਤੇ ਖੇਡੇ, ਉਹਦੇ 'ਚ ਇੱਕ ਸਾਧ ਬਾਬੇ ਪਿੰਡ ਪਿੰਡ ਬਣਾਏ ਸੀ, ਫਿਰ ਉਹਨਾਂ ਦਾ ਸਮਾਜ ਬਣਾਤਾ ਸੰਤ ਸਮਾਜ। ਹੋਰ ਤਾਂ ਹੋਰ ਦਮਦਮੀ ਟਕਸਾਲ ਵਰਗੀ ਸੰਸਥਾ ਵੀ ਇਹਦੇ ਵਿੱਚ ਆ ਗਈ, ਤੇ ਅਖੀਰ ਅੱਜ ਜਿਹੜਾ ਸੰਤ ਸਮਾਜ ਆ ਉਹ ਸਿੱਖੀ ਦੇ ਬਹੁਤੇ ਸਿਧਾਂਤਾਂ ਦੇ ਉਲਟ ਚੱਲਦਾ। ਜਿਹੜਾ ਕੁਝ ਗੁਰੂ ਸਾਹਿਬਾਨ ਨੇ, ਤਤ ਖਾਲਸਾ ਨੇ ਪ੍ਰਚਾਰਨਾ ਹੈ, ਉਹਦੇ ਉਲਟ ਚੀਜ਼ਾਂ ਨੇ ਜਾਂ ਬਹੁਤੀਆਂ ਜ਼ਿਆਦਾ ਲੋਕਾਂ ਦੇ ਵਿੱਚ ਜਿੰਨੀ ਦੁਬਦਾ, ਦਫੇੜ, ਪੁੱਠੀਆਂ ਗੱਲਾਂ, RSS ਦੇ ਜ਼ਿਆਦਾ ਨੇੜੇ ਆ ਇਹ ਸੋਚ, ਬ੍ਰਾਹਮਣਵਾਦ ਦੇ ਜ਼ਿਆਦਾ ਨੇੜੇ ਆ, ਤੇ ਜਦੋਂ ਵੀ ਕੋਈ ਗੱਲ ਕਰਦਾ ਉਹਨੂੰ ਫਿਰ ਟੁੱਟ ਕੇ ਪੈ ਜਾਂਦੇ ਆ, ਕਿਉਂਕਿ ਦਿੱਲੀ ਦੀ ਸਹਿਮਤੀ ਨਾਲ ਹੁੰਦੀ ਆ। ਪੰਜਾਬ ਦੇ ਵਿੱਚ ਇਸ ਧਿਰ ਨੂੰ ਬਾਦਲ ਦਲ ਨੇ ਗਲ ਨਾਲ ਲਾ ਲਿਆ। ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣਾ ਹੋਵੇ, ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜੀਆਂ ਗੱਲਾਂ ਦਰਜ ਨੇ ਉਹਨਾਂ ਦੀ ਥਾਂ ਤੇ ਹੋਰ ਕਰਮਕਾਂਡ ਜਾਰੀ ਕਰਨੇ ਹੋਣ, ਲਾਗੂ ਕਰਨੇ ਹੋਣ, ਹਰ ਚੀਜ਼ ਦੇ ਵਿੱਚ ਇਹ ਲੋਕ ਨਾਲ ਖੜੇ ਰਹੇ। ਇੰਨੇ ਗਏ ਗੁਜ਼ਰੇ ਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਮੌਕੇ ਵੀ ਬਾਦਲ ਦਲ ਨਾਲ ਖੜੇ ਰਹੇ। ਸੋ ਇਹ ਜਿਹੜੇ ਲੋਕ ਸੀਗੇ, ਇਹਨਾਂ ਦੀ ਵੋਟ ਲੈਣ ਦੇ ਲਈ, RSS ਦੀ ਵੋਟ ਲੈਣ ਲਈ, ਸ਼ਿਵ ਸੈਨਾ ਦੀ ਵੋਟ ਲੈਣ ਲਈ, ਹੋਰ ਇਹੋ ਜਿਹੇ ਪੁੱਠੇ ਸਿੱਧਿਆਂ ਦੀ ਵੋਟ ਲੈਣ ਲਈ ਬਾਦਲ ਦਲ ਨੇ ਡੇਰਾ ਸਰਸੇ, ਡੇਰਾ ਨਿਊਰ ਮਹਿਲ, ਡੇਰਾ ਭਨਿਆਰਾ ਤੇ ਨਰਕਧਾਰੀਆਂ ਹਰੇਕ ਨਾਲ ਸਾਂਝ ਪਾ ਲਈ। ਅਖੀਰ ਉਹ ਟਾਈਮ ਲੈ ਆਂਦਾ ਕਿ ਬਾਦਲ ਦਲ ਕਹਿੰਦਾ ਵੀ ਪੰਥਕ ਬੰਦਿਆਂ ਦੀ ਤਾਂ ਵੋਟ ਸਭ ਤੋਂ ਘੱਟ ਆ, ਸੋ ਪੰਥਕ ਏਜੰਡੇ ਦੀ ਥਾਂ ਸੀ ਪੰਜਾਬ ਏਜੰਡਾ, ਪਰ ਪੰਜਾਬ ਏਜੰਡੇ ਤੇ ਵੀ ਨਹੀਂ ਖੜੇ। ਫਿਰ ਤਾਂ ਗੱਲ ਇਹ ਆ ਗਈ ਕਿ ਕਿਸੇ ਤਰੀਕੇ ਨਾਲ ਮੈਨੇਜ ਕਰਕੇ ਜਿਹੜਾ ਸੀਟਾਂ ਜਿੱਤੋ, ਪੈਸਾ ਖਰਚੋ, ਜਿਵੇਂ ਕੋਈ ਕਾਰੋਬਾਰ ਹੁੰਦਾ ਨਾ, ਵੀ ਕਾਰਾਂ ਦਾ, ਕੋਠੀਆਂ ਦਾ, ਪ੍ਰਾਪਰਟੀ ਦਾ, ਉਵੇਂ ਕੋਈ ਕਾਰੋਬਾਰ ਵਾਂਗੂ ਦੇਖਿਆ ਗਿਆ ਸਾਰੇ ਕਾਸੇ ਨੂੰ। ਬਾਕੀ ਜਮਾਤਾਂ ਨਾਲੋਂ ਸ਼੍ਰੋਮਣੀ ਅਕਾਲੀ ਦਲ ਹਵਾਉਣ ਦਾ ਜਾਂ ਹੋਣ ਦਾ ਇੱਕ ਬੜਾ ਫਰਕ ਆ ਕਿ ਇਹਦੇ ਨਾਲ ਪੰਥ ਜੁੜਿਆ ਹੈ। ਜਦੋਂ ਪੰਥ ਨੂੰ ਇਹ ਲੱਗਿਆ ਕਿ ਇਹ ਤਾਂ ਸਾਡੇ ਨਾਲ ਧੋਖਾ ਹੋ ਰਿਹਾ, ਤਾਂ ਪੰਥ ਦਰਦੀਆਂ ਨੇ ਬਹੁਤ ਬੁਰੀ ਤਰ੍ਹਾਂ, ਜਿਵੇਂ ਕੋਈ ਕਿਸੇ ਨੂੰ ਨਾ ਪਲਾਸ ਜਾਂ ਸੰਨੀ ਨਾਲ ਫੜ ਕੇ ਕਿਸੇ ਦਾ ਆਪਾਂ ਸਰੀਰ ਦਾ ਕੋਈ ਅੰਗ ਜਿਹੜਾ ਹੈਗਾ ਕਚੂਟ ਦਈਏ, ਮਚੋਟ ਦਈਏ, ਉਹ ਚੀਕਾਂ ਮਾਰੇ, ਏਦਾਂ ਚੀਕਾਂ ਮਾਰੀਆਂ ਨੇ ਪੰਥ ਨੇ ਪਿਛਲੇ 15-20-25 ਸਾਲ ਦੇ ਵਿੱਚ। ਬਹੁਤ ਲੋਕਾਂ ਨੇ ਲਿਖ ਕੇ ਬੋਲ ਕੇ ਆਪਦੀ ਗੱਲ ਦੱਸੀ, ਤੇ ਹਰ ਇੱਕ ਇਹੋ ਜਿਹੀ ਗੱਲ ਕਰਨ ਵਾਲੇ ਨੂੰ, ਪੰਥ ਦਾ ਪੱਖ ਪੇਸ਼ ਕਰਨ ਵਾਲੇ ਨੂੰ ਕਹਿਦਾ ਕਰ ਤੂੰ ਕਾਂਗਰਸ ਦਾ ਏਜੰਟ ਹੋ। ਤੁਹਾਨੂੰ ਯਾਦ ਹੋਣਾ 1999 ਮੌਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਜਿਹੜਾ ਅਸੀਂ ਕਹਿੰਦੇ ਸੀ ਵੀ ਤੂੰ ਤਾਂ ਕਾਂਗਰਸ ਦਾ ਏਜੰਟ ਹੋ, ਤਾਂ ਕਾਂਗਰਸ ਦਾ ਏਜੰਟ ਕਹਿ ਕੇ ਲੋਕਾਂ ਨੂੰ
ਮਾੜਾ ਚੰਗਾ ਬੋਲਦੇ ਬੋਲਦੇ ਇਹ ਲੋਕ ਅਖੀਰ ਜਿੱਥੇ ਆ ਕੇ ਡਿਗੇ, ਉਹ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਮੌਕੇ ਆਪਾਂ ਦੇਖ ਲਿਆ। ਦੋ ਤਿੰਨ ਕੁ ਬੰਦੇ ਰਹਿ ਗਏ, ਜਿਹ ਚੋਂ ਦੋ ਜਿਹੜੀਆਂ ਸੀਟਾਂ ਨੇ, ਇੱਕ ਬਿਕਰਮਜੀਤ ਸਿੰਘ ਮਜੀਠੀਏ ਦੀ ਜਿਹੜੀ ਘਰ ਵਾਲੀ ਜਿੱਤੀ ਆ, ਇਹ ਬਿਆਸ ਡੇਰੇ ਵਾਲਿਆਂ ਦੀ ਰਿਸ਼ਤੇਦਾਰ ਆ, ਤੇ ਇਸ ਕਰਕੇ ਇਹ ਬਿਆਸ ਵਾਲਿਆਂ ਦੀ ਕਿਰਪਾ ਨਾਲ ਜਿੱਤੀ ਆ। ਜਿਹੜਾ ਉਹ ਬਾਬਾ ਨਰਿੰਦਰ ਬਾਬਾ ਜੀ ਕਹਿੰਦਾ ਨਾ ਕਿਰਪਾ ਰੁਕੀ ਹੋਈ ਆ, ਉਹ ਬਿਆਸ ਵਾਲਿਆਂ ਨੇ ਵੋਟ ਵਾਟ ਪਵਾਈ ਇਸ ਹਲਕੇ ਦੇ ਲੋਕਾਂ ਦੇ ਵਿੱਚ, ਇਹ ਸਾਰਾ ਕੁਝ ਇਹਨਾਂ ਦਾ ਹੋਇਆ। ਇਹ ਸੀਟ ਬਿਆਸ ਡੇਰੇ ਨੇ ਜਿੱਤੀ ਆ। ਜਿਹੜੀ ਦੁਆਬੇ ਦੀ ਸੀਟ ਆ ਬੰਗਿਆਂ ਵਾਲੀ, ਉਹ ਜਿਹੜੇ ਉਸ ਇਲਾਕੇ ਦੇ ਵਿੱਚ ਰਵਦਾਸੀਆ ਭਾਈਚਾਰੇ ਨੂੰ ਆਦ ਧਰਮੀ ਕਹਿ ਕੇ ਜਾਂ ਹੋਰ ਗੱਲਾਂ ਕਰਕੇ ਬੱਲਾਂ ਵਾਲੇ ਆ ਜਿਹੜੇ, ਉਹ ਉਹਨਾਂ ਦੇ ਖਾਤੇ 'ਚ। ਤੇ ਜਿਹੜੀ ਸੀਟ ਤੀਜੀ ਆ ਲੁਧਿਆਣੇ ਵਾਲੀ, ਮੁੱਲਾਂਪੁਰ ਦਾਖੇ ਵਾਲੀ, ਉਹ ਮਨਪ੍ਰੀਤ ਸਿੰਘ ਇਆਲੀ ਨੇ ਆਪਦੇ ਬਲਬੂਤੇ ਜਿੱਤੀ ਆ। ਪਰ ਮਨਪ੍ਰੀਤ ਇਆਲੀ ਦੀ ਜਿੱਤ ਬੜੀ ਚੁੱਭ ਰਹੀ ਹੋਣੀ ਹੈ ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਬਿਕਰਮਜੀਤ ਸਿੰਘ ਮਜੀਠੇ ਨੂੰ, ਹਰਸਿਮਰਤ ਕੌਰ ਨੂੰ, ਕੈਰੋਂ ਨੂੰ, ਵੱਡੇ ਬਾਦਲ ਨੂੰ ਬੜੀ ਦੁਖਦੀ ਹੋਣੀ ਹੈ ਕਿ ਹੁਣ ਲੋਕ ਕਹਿੰਦੇ ਹੋਣੇ ਆ ਵੀ ਇੱਕੋ ਇੱਕ ਅਕਾਲੀ ਵਿਧਾਇਕ ਆ, ਇਹ ਸਾਡਾ ਘਰ ਦਾ ਹੋਣਾ ਚਾਹੀਦਾ ਸੀ, ਇਹ ਕਿੱਥੋਂ ਬਣ ਗਏ। ਇੰਨੀ ਮਾੜੀ ਸੋਚ ਹੈ। ਜਦੋਂ ਬਾਦਲ ਦਲ ਵਾਲੇ ਇਹੋ ਜਿਹੀਆਂ ਗੱਲਾਂ ਕਰਦੇ ਆ ਨਾ ਕਿ ਪਾਰਟੀ ਵਿੱਚ ਬਦਲਾਅ ਹੋਣਾ ਚਾਹੀਦਾ, ਤਾਂ ਉਹਨਾਂ ਦਾ ਵੱਧ ਤੋਂ ਵੱਧ ਮਤਲਬ ਇਹ ਹੁੰਦਾ ਕਿ ਚਲੋ ਵੱਡਾ ਬਾਦਲ ਨਹੀਂ ਪ੍ਰਵਾਨ, ਛੋਟਾ ਬਾਦਲ ਨਹੀਂ ਪ੍ਰਵਾਨ, ਤਾਂ ਅਨੰਤਵੀਰ ਸਿੰਘ ਬਾਦਲ ਜਿਹੜਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੋਤਾ, ਜਿਹੜਾ ਇਸ ਵਾਰੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਕਾਫੀ ਉਹਦੀਆਂ ਫੋਟੋ ਆਈਆਂ, ਨਿੱਕੇ ਨਿੱਕੇ ਜਿਹੜੇ ਸੀਗੇ ਬੱਚਿਆਂ ਨੂੰ ਲੋਕ ਜਿਹੜਾ ਹੈਗਾ ਉਹ ਚਾਅ ਨਾਲ ਦੇਖਦੇ ਆ, ਤੇ ਇਹਨਾਂ ਨੇ ਉਹਨੂੰ ਇਮੋਸ਼ਨਲੀ ਵੀ ਵਰਤਿਆ ਤੇ ਉਹਦੇ ਰਾਹੀਂ ਵੋਟਾਂ ਦੀ ਝਾਕ ਵੀ ਰੱਖੀ। ਹੈਰਾਨੀ ਦੀ ਗੱਲ ਇਹ ਕਿ ਕਹਿੰਦੇ ਕਹਾਉਂਦੇ ਬੰਦੇ ਉਹਨਾਂ ਦੇ ਉਹਦੇ ਮੂਹਰੇ ਲਿਖ ਜਾਣ, ਉਹ ਘੋੜਾ ਭਰ ਨਿਆਣਾ ਹਜੇ, ਤੇ ਉਹਨੂੰ ਹੌਲੀ ਹੌਲੀ ਅੱਗੇ ਲਿਆਉਣਗੇ। ਸੋ ਵੱਧ ਤੋਂ ਵੱਧ ਵੱਡੀ ਛਾਲ ਇੱਥੇ ਤੱਕ ਸੀਗੀ ਵੀ ਆਪਾਂ ਉਹਨੂੰ ਅਨੰਤਵੀਰ ਸਿੰਘ ਬਾਦਲ ਨੂੰ ਬਣਾ ਦਿਆਂਗੇ। ਤੋ ਜਿਹੜਾ ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਦਾ ਮਾਹੌਲ ਆ, ਉਹਦੇ ਵਿੱਚ ਨਿੱਤ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਆ ਚਲੋ ਆਪਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਦਿੱਲੀ ਵਾਲੇ ਬਾਦਲ ਦਲ ਦੇ ਬੰਦਿਆਂ ਦੀ ਗੱਲ ਕੀਤੀ ਆ, ਜਾਂ ਸਿੰਗਲੇ ਦੀ ਗੱਲ ਕੀਤੀ ਆ, ਇਹ ਛੱਡ ਕੇ ਜਿਹੜੇ ਭੱਜ ਰਹੇ ਨੇ, ਇਹਨਾਂ ਸਾਰਿਆਂ ਬਾਰੇ ਬਾਦਲ ਦਲ ਦੇ ਵਿੱਚ ਬੜੀ ਚਰਚਾ ਹੋ ਰਹੀ ਆ ਕਿ ਜਿਨ੍ਹਾਂ ਲੋਕਾਂ ਨੇ ਰੱਜ ਕੇ ਲਾਹੇ ਲਏ, ਸਭ ਤੋਂ ਪੁੱਠੇ ਸਿੱਧੇ ਕੰਮ ਕਰਾਏ। ਕੱਲ ਹੁਣ ਜਦੋਂ ਦਿੱਲੀ ਸਿੱਖ ਗੁਰਦੁਆਰਾ, ਕੱਲ ਜਦੋਂ ਦਲ ਖਾਲਸਾ ਨੇ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕੀਤਾ, ਤਾਂ ਇਸ ਮੌਕੇ ਦੀ ਇਹ ਗੱਲ ਆਈ ਕਿ ਜਿਹੜਾ ਪੰਥ ਪ੍ਰਵਾਨਤ ਇਹ ਕੈਲੰਡਰ ਸੀ, ਇਹ ਜਿਹੜੇ ਸਾਧ ਬਾਬਿਆਂ ਨੂੰ ਖੁਸ਼ ਕਰਨ ਲਈ ਬਾਦਲ ਦਲ ਨੇ ਸਾਰਾ ਖਤਮ ਕਰ ਦਿੱਤਾ, ਤੇ ਅੱਜ ਉਹ ਸਾਧ ਬਾਬੇ ਵੀ ਮੈਦਾਨ ਛੱਡ ਗਏ। ਜਿਹੜੇ ਸਿੱਖ ਜਗਤ ਦੇ ਪੰਥ ਦਰਦੀਆਂ ਨੇ ਹਮੇਸ਼ਾ ਅਕਾਲੀ ਦਲ ਦਾ ਸਾਥ ਦੇਣਾ ਸੀ, ਜੇ ਕਿਤੇ ਬਾਦਲ ਦਲ ਅਕਾਲੀ ਦਲ ਹੁੰਦਾ, ਉਹਨਾਂ ਦੀ ਭਾਵਨਾ ਦੀ, ਉਹਨਾਂ ਦੀ ਕੌਮ ਪ੍ਰਤੀ ਸਮਰਪਿਤ ਹੋਣ ਦੀ ਗੱਲ ਨੂੰ ਅੱਖੋਂ ਪਰੋਖੇ ਕਰਕੇ ਆਪਦੇ ਵੋਟ ਬੈਂਕ ਨੂੰ ਫੌਰੀ ਜਿਹੜਾ ਲਾਹਾ ਉਸ ਟਾਈਮ ਤੱਟ-ਪੱਟ ਮਿਲਦਾ ਸੀ ਵੀ ਮੌਕੇ ਤੇ ਤਾਂ ਜੀ ਹੁਣ ਉਹ ਬੰਦੇ ਕੰਮ ਹੋਣਗੇ ਨਾ ਜਿਹੜੇ ਕਹਿੰਦੇ ਆ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿਓ, ਅਸੀਂ ਤੁਹਾਨੂੰ ਵੋਟਾਂ ਪਾ ਦਿਆਂਗੇ। ਇਹ ਗੱਲ ਵੀ ਪਿੱਛੇ ਜੇ ਚੱਲੀ ਸੀ ਵੀ ਸਿੱਖ ਰਹਿਤ ਮਰਿਆਦਾ ਦਾ ਵੀ ਕੰਡਾ ਕੱਢਣ ਨੂੰ ਫਿਰਦੇ ਆ। ਤੋ ਇਹੋ ਜਿਹੇ ਲੋਕ ਜਿਹੜੇ ਡੇਰਾ ਸਰਸਾ ਦੇ ਮੁਖੀ ਨਾਲ ਵਾਅਦਾ ਕਰਕੇ ਆਉਣ ਕਿ ਜੇ ਸਾਨੂੰ ਤੁਸੀਂ ਇਸ ਵਾਰੀ ਇਲੈਕਸ਼ਨ ਜਿਤਾ ਦਿਓ ਤਾਂ ਅਸੀਂ ਪੰਜਾਬ ਦੇ ਵਿੱਚ ਡੇਰਾ ਮੁਖੀ ਦੇ ਪ੍ਰੋਗਰਾਮ ਕਰਾਵਾਂਗੇ, ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਨੇ ਇਹ ਲੋਕ। ਪਰ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ, ਇਹਨਾਂ ਨੇ ਹਰ ਪੰਥਕ ਸੋਚ ਵਾਲੇ ਨੂੰ ਪਰਾਂ ਭਜਾ ਕੇ ਤੇ ਪੰਥ ਵਿਰੋਧੀਆਂ ਨੂੰ ਨੇੜੇ ਲਾ ਕੇ ਜਿਹੜਾ ਮਾਹੌਲ ਸਿਰਜਿਆ, ਉਹਦਾ ਰਿਜ਼ਲਟ ਇਹੀ ਨਿਕਲਣਾ ਸੀ। ਕਿਸੇ ਨੂੰ ਕੋਈ ਤਰਸ ਨਹੀਂ ਇਹਨਾਂ ਤੇ ਆਉਣਾ ਚਾਹੀਦਾ, ਕਿਸੇ ਨੂੰ ਇਹਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਜਾਗਣੀ ਚਾਹੀਦੀ। ਇਹਨਾਂ ਨੇ ਆਪਣਾ ਜੋ ਕੀਤਾ ਸੀ, ਜੋ ਬੀਜਿਆ ਸੀ, ਉਹ ਵੱਢਿਆ। ਸੋ ਇਸ ਮੌਕੇ ਇੱਕ ਬੜੀ ਔਖ ਭਰੀ ਸਥਿਤੀ ਤਾਂ ਹੈ, ਪਰ ਇਸ ਔਖ ਭਰੀ ਸਥਿਤੀ ਬਾਰੇ ਆਪਾਂ ਇਹ ਸੋਚੋ ਕਿ ਜਿਹੜੇ ਲੋਕ ਗੁਰਦੁਆਰਾ ਸੁਧਾਰ ਲਹਿਰ ਦੇ ਮੌਕੇ ਸੱਤਾ ਉੱਤੇ ਕਾਬਜ਼ ਸੀ, ਜਾਣੀ ਕਿ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਜਿਹੜੇ ਸਾਡੇ ਕੇਂਦਰ ਸੀ, ਜਿਨ੍ਹਾਂ ਦਾ ਉੱਥੇ ਕਬਜ਼ਾ ਸੀ,
ਉਹ ਵੀ ਬੜੇ ਡਰਾਮੇ ਕਰਦੇ ਸੀ, ਉਹ ਵੀ ਬੜੀਆਂ ਗੱਲਾਂ ਕਰਦੇ ਸੀਗੇ ਵੀ ਸਾਡੇ 'ਚ ਚੰਗਿਆਈ ਹੈਗੀ ਹੈ। ਇਸ ਵੇਲੇ ਬਾਦਲ ਦਲ ਨੇ ਜਾਂ ਬਾਦਲ ਦਲ ਦੇ ਥਾਪੇ ਹੋਏ ਆਗੂਆਂ ਨੇ, ਸੀਟਾਂ ਤੇ ਬੈਠਿਆਂ ਨੇ, ਬਰਾਜਮਾਨ ਅਹੁਦਿਆਂ ਤੇ ਲੋਕ ਜਿਹੜੇ ਬੈਠੇ ਆ, ਇਹਨਾਂ ਨੇ ਬੜੇ ਕੁਛ ਕਰਨਾ ਵੀ ਅਸੀਂ ਬੜੇ ਭਲੇ। ਗਿਆਨੀ ਅਰੂੜ ਸਿੰਘ ਨੇ ਵੀ ਜਦੋਂ ਉਹਨੂੰ ਸਰਬਰਾਹ ਸੀ, ਜਦੋਂ ਉਹਨੂੰ ਲਾਂਭੇ ਕੀਤਾ ਤੇ ਉਦੋਂ ਵੀ ਬੜਾ ਕੁਛ ਉਹਨੇ ਆਪਦੇ ਪੱਖ 'ਚ ਕਿਹਾ। ਹੁਣ ਤੋ ਇਹਨਾਂ ਨੂੰ ਵੀ ਹੱਕ ਆ, ਪਰ ਸਾਨੂੰ ਇਸ ਗੱਲ ਦੀ ਗਰੰਟੀ ਆ ਕਿ ਜੇਕਰ ਪੰਥ, ਜੇਕਰ ਕੌਮ ਕੁਛ ਨਾ ਵੀ ਕਰੇ ਤਾਂ ਇਹ ਹੋਰ ਗਰਕਣਗੇ। ਕਿਉਂਕਿ ਜਿਹੜਾ ਕੱਲ ਚੰਡੀਗੜ੍ਹ ਵਿੱਚ ਇਹਨਾਂ ਨੇ ਮਜਮਾ ਲਾਇਆ ਬਾਦਲ ਦਲ ਨੇ, ਉੱਥੇ ਇਹਨਾਂ ਨੇ ਇਹੀ ਗੱਲਾਂ ਕੀਤੀਆਂ ਵੀ ਚੁਣੌਤੀ ਤਾਂ ਬੜੀ ਵੱਡੀ ਹੈ, ਪਰ ਕੋਈ ਬਹੁਤਾ ਚਿੰਤਾ ਕਰਨ ਵਾਲੀ ਗੱਲ ਨਹੀਂ। ਅੱਜ ਪੰਜਾਬੀ ਟ੍ਰਿਬਿਊਨ ਤੇ ਖਬਰ ਲੱਗੀ ਹੋਈ ਆ ਕਿ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਜੀ ਕੋਈ ਪਾਰਟੀ ਦੇ ਪ੍ਰਧਾਨ ਦੇ ਵਿੱਚ ਜਾਂ ਕਿਸੇ ਹੋਰ ਗੱਲ 'ਚ ਬਦਲਾਅ ਕਰਨ ਦੀ ਕੋਈ ਲੋੜ ਨਹੀਂ। ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਕਿ ਜਿੰਨਾ ਮਰਜ਼ੀ ਪਰਦਾਪੋਸ਼ੀ ਕਰ ਲਈਏ, ਪਰ ਇੱਕ ਗੱਲ ਸਾਫ਼ ਹੈ ਕਿ ਸਿੱਖ ਅਤੇ ਕਿਸਾਨੀ ਵੋਟ ਦੇ ਵੱਡੇ ਹਿੱਸੇ ਸਮੇਤ ਨੌਜਵਾਨ ਵਰਗ ਵੀ ਅੱਜ ਅਕਾਲੀ ਦਲ ਨਾਲ ਤੁਰਨ ਨੂੰ ਤਿਆਰ ਨਹੀਂ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਸਰ ਚੰਡੀਗੜ੍ਹ ਦੇ ਆਲੀਸ਼ਾਨ ਦਫ਼ਤਰਾਂ 'ਚ ਬੈਠ ਕੇ ਸਲਾਹਾਂ ਦੇਣ ਵਾਲਿਆਂ ਦੀਆਂ ਗੱਲਾਂ ਤੇ ਜ਼ਿਆਦਾ ਯਕੀਨ ਕਰਦੇ। ਜ਼ਮੀਨੀ ਹਕੀਕਤਾਂ ਤੋਂ ਦੂਰ ਰਹਿਣ ਕਰਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਲ ਨਾਲੋਂ ਟੁੱਟ ਚੁੱਕੀ ਹੈ। ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਬਾਅਦ ਸੋਸ਼ਲ ਮੀਡੀਆ ਉੱਤੇ ਅਕਾਲੀ ਦਲ ਖਿਲਾਫ ਬਹੁਤ ਤਿੱਖਾ ਪ੍ਰਚਾਰ ਹੋਇਆ ਹੈ। ਇਸ ਕਰਕੇ ਬਾਦਲ ਪਰਿਵਾਰ ਸਮੇਤ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਸਮੇਂ ਸੰਕਟ ਦੇ ਵਿੱਚ ਘਿਰੇ ਹੋਏ ਦਿਖ ਰਹੇ ਨੇ। ਉਹਨਾਂ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵਾਂਗ ਸੰਕਟ ਮੋਚਕ ਦੇ ਰੂਪ ਵਿੱਚ ਸਾਹਮਣੇ ਆਏ ਨੇ। ਦੇਖਿਆ ਜਾਵੇ ਤਾਂ ਸਾਲ 2012 ਦੀਆਂ ਚੋਣਾਂ ਤੋਂ ਬਾਅਦ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਦਾ ਮੁੜ ਗਠਨ ਹੋਇਆ ਸੀ। ਉਦੋਂ ਤੋਂ ਪਾਰਟੀ ਦੀ ਮੁਕੰਮਲ ਕਮਾਨ ਸੁਖਬੀਰ ਦੇ ਹੱਥਾਂ ਵਿੱਚ ਹੈ। ਪਾਰਟੀ ਦੇ ਵੱਡੇ ਫੈਸਲੇ ਭਾਵੇਂ ਕੋਰ ਕਮੇਟੀ ਵਿੱਚ ਵਿਚਾਰੇ ਜਾਂਦੇ ਨੇ, ਪਰ ਆਮ ਤੌਰ ਤੇ ਪ੍ਰਭਾਵ ਇਹੀ ਮੰਨਿਆ ਜਾਂਦਾ ਹੈ ਕਿ ਕੋਰ ਕਮੇਟੀ ਤਾਂ ਮਹਿਜ ਮੋਹਰ ਹੀ ਲਾਉਂਦੀ ਆ, ਫੈਸਲੇ ਤਾਂ ਸੁਖਬੀਰ ਸਿੰਘ ਬਾਦਲ ਦੇ ਹੁੰਦੇ। 2017 ਤੇ 2022 ਦੌਰਾਨ ਟਿਕਟਾਂ ਦੀ ਵੰਡ ਦਾ ਕੰਮ ਇੱਕ ਤਰ੍ਹਾਂ ਨਾਲ ਸੁਖਬੀਰ ਬਾਦਲ ਦੇ ਹੱਥ ਵਿੱਚ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਪ੍ਰਮੁੱਖ ਵਿਰੋਧੀ ਧਿਰ ਬਣਨ ਦੀ ਹੈਸੀਅਤ ਵਿੱਚ ਵੀ ਨਹੀਂ ਸੀ, ਤਾਂ ਸੁਖਦੇਵ ਸਿੰਘ ਢੀਂਡਸਾ ਨੇ ਪਹਿਲੀ ਹੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਹਾਰ ਦੀ ਜ਼ਿੰਮੇਵਾਰੀ ਤੈਅ ਕਰਨ ਤੇ ਪਾਰਟੀ ਦੀ ਕਮਾਨ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਹੱਥਾਂ 'ਚ ਲੈਣ ਦੀ ਗੱਲ ਕਹੀ ਸੀ। ਇਸ ਗੱਲ ਨੂੰ ਜਦੋਂ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ ਤਾਂ ਪਾਰਟੀ ਆਗੂਆਂ ਵਿਚਾਲੇ ਦੂਰੀਆਂ ਬਣ ਗਈਆਂ ਤੇ ਸੁਖਦੇਵ ਸਿੰਘ ਢੀਂਡਸਾ ਤੇ ਭਾਈ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਆਗੂ ਪਾਰਟੀ ਚੋਂ ਚਲੇ ਗਏ ਸੀ। ਖੈਰ ਗੱਲ ਹੁਣ ਇਹ ਹੈ ਬਈ ਇਹਨਾਂ ਬਾਦਲ ਦਲ ਦੇ ਆਗੂਆਂ ਨੇ ਇਹ ਗੱਲ ਮਿੱਥ ਲਈ ਆ ਵੀ ਜੋ ਕੁਛ ਮਰਜ਼ੀ ਹੁੰਦਾ ਰਵੇ, ਆਪਾਂ ਇਉਂ ਹੀ ਕਰਨਾ, ਆਪਾਂ ਉਵੇਂ ਹੀ ਚੱਲਣਾ, ਪਾਰਟੀ ਦੀ ਕਮਾਂਡ ਸੁਖਬੀਰ ਸਿੰਘ ਬਾਦਲ ਕੋਲੇ ਰਹੂ। ਜਿਹੜੇ ਲੋਕ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਲਈ ਇਹ ਗੱਲ ਖੁਸ਼ੀ ਦੀ ਵੀ ਮੰਨੀ ਜਾ ਸਕਦੀ ਆ, ਕਿਉਂਕਿ ਜੇ ਸੁਖਬੀਰ ਸਿੰਘ ਬਾਦਲ ਉਹੀ ਸਭ ਕੁਝ ਕਰਦਾ ਰਵੇ ਜਿਹੜਾ ਕੁਝ ਪਿਛਲੇ ਸਮੇਂ 'ਚ ਕਰਦਾ ਰਿਹਾ, ਤਾਂ ਪਾਰਟੀ ਦੀ ਆ ਜਿਹੜਾ ਬਣਿਆ ਹੋਇਆ ਬਚਿਆ ਹੋਇਆ ਮਾੜਾ ਮੋਟਾ ਵਕਾਰ ਅਕਸਾ ਉਹ ਵੀ ਛੇਤੀ ਖਤਮ ਹੋ ਜੂ। ਇੱਥੇ ਇੱਕ ਗੱਲ ਹੋਰ ਕਰਨ ਵਾਲੀ ਆ ਕਿ ਸਾਰੀ ਉਮਰ ਆਰਐਸਐਸ ਨੂੰ ਭੰਡਣ ਵਾਲੇ, ਭਾਜਪਾ ਨੂੰ ਨਿੰਦਣ ਵਾਲੇ ਸਰਦਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ, ਉਹਨਾਂ ਦੇ ਘਰ ਦੇ ਉੱਤੇ ਵੀ ਇਸ ਵੇਲੇ ਭਾਜਪਾ ਦਾ ਝੰਡਾ ਝੂਲਣ ਲਾਤਾ ਬਾਦਲ ਦਲ ਨੇ। ਮਨਜਿੰਦਰ ਸਿੰਘ ਸਰਸਾ ਜਦੋਂ ਬੀਜੇਪੀ 'ਚ ਗਿਆ, ਜਾਂ ਹੋਰ ਬਹੁਤ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਆਗੂ ਨੇ ਜਿਨ੍ਹਾਂ ਲਈ ਬਾਦਲ ਪਰਿਵਾਰ ਨੇ ਕੋਈ ਰਾਹ ਨਹੀਂ ਰਹਿਣ ਦਿੱਤਾ, ਤੇ ਉਹ ਸਾਰੇ ਦੇ ਸਾਰੇ ਜਿਹੜੇ ਆ ਆਪਦੀ ਸਿਆਸਤ ਨੂੰ ਅੱਗੇ ਚਲਾਉਣ ਦੇ ਲਈ ਬੀਜੇਪੀ, ਕਾਂਗਰਸ ਜਾਂ ਹੋਰ ਧਿਰਾਂ ਵੱਲ ਨੂੰ ਭੱਜ ਗਏ। ਆਮ ਆਦਮੀ ਪਾਰਟੀ 'ਚ ਵੀ ਵੜੇ ਗਏ। ਬਾਦਲ ਪਰਿਵਾਰ ਨਾਲ ਅਸਹਿਮਤ ਹੋਣ ਕਰਕੇ ਜਿਹੜੇ ਲੋਕ ਕਸ਼ਟ ਭੋਗਦੇ ਆ, ਉਹਨਾਂ ਵਿੱਚੋਂ ਜਥੇਦਾਰ ਕਰਨੈਲ ਸਿੰਘ ਪੰਜੋਲੀ ਸਭ ਤੋਂ ਉੱਪਰ। ਕੱਲ ਆਪਾਂ ਆਪਦੇ ਪ੍ਰੋਗਰਾਮ 'ਚ ਗੱਲ ਕੀਤੀ ਸੀਗੀ ਕਿ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਿਹੜਾ ਕੈਲੰਡਰ ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤਾ ਉਦੋਂ ਤਾਂ ਉਹ ਨਹੀਂ ਪਹੁੰਚੇ, ਪਰ ਜਦੋਂ ਕੈਲੰਡਰ ਜਾਰੀ ਕੀਤਾ ਦਲ ਖਾਲਸਾ ਨੇ ਉੱਥੇ ਪਹੁੰਚੇ। ਉਹ ਜਾਣਦੇ ਆ ਕਿ ਜਦੋਂ ਸਾਨੂੰ ਕਿਹਾ ਗਿਆ ਸੀ ਸੁਖਦੇਵ ਸਿੰਘ ਭੌਰ ਨੂੰ ਤੇ ਪੰਜੋਲੀ ਨੂੰ
कि भाई तुसीं ਜਿਹੜਾ ਇਹ ਬਦਲਾਅ ਸੋਧਾਂ ਕਰਨੀਆਂ ਨੇ, ਅਸਲ ਵਿੱਚ ਸੋਧਾਂ ਨਹੀਂ, ਇਹ ਕੈਲੰਡਰ ਦਾ ਬੇੜਾ ਗਰਕ ਕੀਤਾ ਗਿਆ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵੇਲੇ ਤੋਂ ਜਥੇਦਾਰ ਕਰਨੈਲ ਸਿੰਘ ਪੰਜੋਲੀ ਜਿਹੜਾ ਹੈ, ਉਹ ਨਾ ਤਾਂ ਅਕਾਲੀ ਪੁਣੇ ਨੂੰ ਛੱਡ ਸਕਦਾ, ਅਕਾਲੀ ਸਿਧਾਂਤ ਨੂੰ, ਸਿੱਖ ਸਿਧਾਂਤ ਨੂੰ, ਤੇ ਨਾਲੇ ਉਹਨੂੰ ਬਾਦਲ ਦਲ ਵਿੱਚ ਰਹਿਣ ਦੀ ਮਜਬੂਰੀ ਹੈ। ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡੀ ਕਿ ਇੰਨੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਜਾਣ ਕਿ ਉਹ ਛੱਡ ਕੇ ਭੱਜ ਜਾਵੇ, ਪਰ ਉਹ ਡਟਿਆ ਰਿਹਾ ਤੇ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵਾਰਸ ਦੇ ਰੂਪ 'ਚ ਜਾਣਿਆ ਜਾਂਦਾ। ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰਕ ਤੌਰ ਦੇ ਉੱਤੇ ਜੋ ਅੱਗੇ ਉਹਨਾਂ ਦੀ ਵਿਰਾਸਤ ਚੱਲਦੀ ਆ, ਉਹਦਾ ਜਿਹੜਾ ਦੋਹਤਾ ਜਿਹੜਾ ਇੱਥੇ ਪਿੰਡ ਰਹਿੰਦਾ ਹੈ, ਉਹ ਹੁਣ ਬੀਜੇਪੀ 'ਚ ਚਲੇ ਗਿਆ ਤੇ ਉਹਨੇ ਉੱਥੇ ਝੰਡਾ ਜਿਹੜਾ ਹੈਗਾ ਉਹ ਆਪਦੀ ਪਾਰਟੀ ਦਾ ਲਾਤਾ, ਕਿਉਂਕਿ ਹੁਣ ਟੌਹੜਾ ਸਾਹਿਬ ਦਾ ਜਿਹੜਾ ਘਰ ਵਾ ਉੱਥੇ ਉਹ ਰਹਿੰਦਾ। ਤੋ ਪੰਥ ਰਤਨ ਆਖਿਆ ਜਾਵੇ ਜਥੇਦਾਰ ਟੌਹੜਾ, ਸਾਰੀ ਉਮਰ ਸ਼੍ਰੋਮਣੀ ਕਮੇਟੀ ਦੀ ਸੇਵਾ ਜਾਂ ਪ੍ਰਧਾਨਗੀ ਉਹਨੇ ਕੀਤੀ ਹੋਵੇ, ਜਿੰਨੇ ਜੋਗਾ ਸੀ ਅਕਾਲੀ ਸਿਧਾਂਤ ਤੇ ਪਹਿਰਾ ਦਿੱਤਾ ਉਹਨੇ, ਤੇ ਸਾਰੀ ਉਮਰ ਉਸ ਸ਼ਖਸ ਨੇ ਪੰਥ ਦੀ ਚੜ੍ਹਦੀ ਕਲਾ ਦੇ ਲੇਖੇ ਲਾਈ ਹੋਵੇ, ਤੇ ਅੱਜ ਉਹਦੇ ਘਰ ਦੇ ਉੱਤੇ ਬੀਜੇਪੀ ਦਾ, ਆਰਐਸਐਸ ਦਾ ਝੰਡਾ ਝੂਲ ਰਿਹਾ ਹੋਵੇ, ਤਾਂ ਇਹਦੇ ਨਾਲੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਪਰ ਇਹ ਚਲਵਾਉਣ ਲਈ ਜਿੱਥੇ ਜਿਨ੍ਹਾਂ ਨੇ ਚਲਾਇਆ ਉਹ ਸਾਡੇ ਲਈ ਰੜਕਦੇ ਆ, ਸਾਨੂੰ ਜ਼ਿਆਦਾ ਔਖ ਸਰਦਾਰ ਸੁਖਬੀਰ ਸਿੰਘ ਬਾਦਲ ਤੇ। ਇਸ ਸ਼ਖਸ ਨੇ ਜਥੇਦਾਰ ਟੌਹੜਾ ਨੂੰ ਰੋਲਣ ਵਿੱਚ ਜਿਉਂਦੇ ਜੀ ਜੋ ਕੀਤਾ ਸੋ ਕੀਤਾ, ਉਸ ਤੋਂ ਬਾਅਦ ਵਿੱਚ ਉਹਦੀ ਵਿਰਾਸਤ ਨੂੰ ਸਾਂਭਣ ਦਾ ਕੋਈ ਯਤਨ ਨਹੀਂ ਕੀਤਾ। ਔਰ ਇਹੀ ਨਹੀਂ, ਜਿਵੇਂ ਅੱਜ ਦਿੱਲੀ ਵਿੱਚ ਸਾਰੇ ਭੱਜ ਗਏ ਆ ਬਾਦਲ ਦਲ ਦੇ ਆਗੂ, ਇਵੇਂ ਜਿਵੇਂ ਆ ਸਿੰਗਲਾ ਭੱਜਿਆ, ਇਹ ਸਾਰੇ ਲੋਕ ਜਿਹੜੇ ਆ ਇਹ ਕਿਉਂ ਛੱਡ ਕੇ ਭੱਜਦੇ ਆ? ਅਕਸਰ ਨੂੰ ਇੱਕ ਪਾਰਟੀ ਆ, ਉਹਦੇ 'ਚ ਇੰਨਾ ਲੰਮਾ ਅਰਸਾ ਲਾਹੇ ਲਏ ਨੇ, ਕਿਉਂ ਲੋਕ ਬੀਜੇਪੀ ਜਾਂ ਬਾਦਲ ਦਲ ਦੇ ਵਿੱਚ ਜਾਂਦੇ ਆ, ਬਾਦਲ ਦਲ ਨੂੰ ਛੱਡ ਜਾਂਦੇ ਆ, ਬੀਜੇਪੀ 'ਚ ਚਲੇ ਜਾਂਦੇ? ਇਹ ਸਾਰੀ ਖੇਡ ਨੂੰ ਸਮਝਣ ਦੇ ਲਈ ਕੋਈ ਬਹੁਤੇ ਜ਼ਿਆਦਾ ਵੱਡੇ ਅਲਜਬਰੇ ਦੀ ਲੋੜ ਨਹੀਂ। ਇਹ ਕਰਦੇ ਫਿਰਦੇ ਆ ਮੀਟਿੰਗਾਂ, ਇਹ ਤਾਂ ਪੰਜਾਬ ਦੇ ਕਿਸੇ ਵੀ ਪਿੰਡ 'ਚ ਬਿਨਾਂ ਸਿਕਿਉਰਿਟੀ ਤੋਂ ਸੁਖਬੀਰ ਬਾਦਲ ਇੱਕ ਗੇੜਾ ਕੱਢ ਕੇ ਉੱਥੋਂ ਪਤਾ ਲੱਗ ਜੂਗਾ ਵੀ ਲੋਕ ਕਿਉਂ ਨਹੀਂ ਵੋਟਾਂ ਪਾਉਂਦੇ। ਲੋਕਾਂ ਲਈ ਆਰਐਸਐਸ ਤੇ ਬੀਜੇਪੀ ਤੇ ਹੋਰ ਪੰਥ ਦੋਖੀਆਂ ਦੇ ਬਰਾਬਰ ਵਾ ਇਸ ਟਾਈਮ ਬਾਦਲ ਦਲ, ਜਿਹਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਕਰਾਉਣ ਮੌਕੇ ਤੇ ਜਿਵੇਂ ਪੰਜਾਬ ਦੇ ਵਿੱਚ ਪੁਲਸੀਆਂ ਨੇ ਬੁੱਚੜਪੁਣਾ ਕੀਤਾ, ਜਿਵੇਂ ਮੁਗਲਾਂ ਪਠਾਣਾ ਦੇ ਵੇਲੇ, ਜਿਵੇਂ 18ਵੀਂ ਸਦੀ ਦੇ ਵਿੱਚ ਮੱਸੇ ਰੰਗੜ ਦੇ ਵੇਲਿਆਂ 'ਚ ਜਾਂ ਲਖਪਤ ਜਸਪਤ ਰਾਏ ਦੇ ਵੇਲਿਆਂ 'ਚ, ਅਬਦਾਲੀ ਤੇ ਨਾਦਰ ਸ਼ਾਹ ਦੇ ਵੇਲਿਆਂ 'ਚ ਸਿੱਖਾਂ ਤੇ ਹਮਲੇ ਹੁੰਦੇ ਸੀ ਨਾ, ਉਵੇਂ ਬਾਦਲਾਂ ਦੇ ਰਾਜ ਵਿੱਚ ਪੰਥ ਦੋਖੀਆਂ ਦੀ ਤੂਤੀ ਬੋਲਦੀ ਸੀ ਤੇ ਪੰਥਕ ਲੋਕ ਜਿਹੜੇ ਸੀ ਉਹਨਾਂ ਦਾ ਜਾਣਾ ਦੁੱਭਰ ਹੋਇਆ ਪਿਆ ਸੀ। ਸੋ ਉਸ ਮਾਹੌਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸੰਤਾਪ ਭੋਗਿਆ, ਉਹਨਾਂ ਨੂੰ ਪੁੱਛੋ ਨਾ ਵੀ ਬਾਦਲ ਸਾਹਿਬ ਕਿਉਂ ਹਾਰਦੇ ਆ। ਕੱਲ ਕਲਾਂ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਜਾਵੇ, ਉਹ ਵੀ ਹਾਰਨੀ ਹੈ। ਤੇ ਹੁਣ 102 ਸਾਲ ਲੰਮੀ ਉਮਰ ਵਾਲੀ ਇਸ ਪਾਰਟੀ ਦਾ ਜਦੋਂ ਭੋਗ ਪੈ ਰਿਹਾ, ਬਾਦਲ ਦਲ ਦਾ ਭੋਗ ਪੈ ਰਿਹਾ, ਤਾਂ ਕਿਹਾ ਜਾ ਰਹੀ ਹੈ ਸ਼ਹੀਦਾਂ ਦੀ ਜਥੇਬੰਦੀ ਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਬਾਦਲ ਦਲ ਦੀਆਂ ਇਹਨਾਂ ਹਰਕਤਾਂ ਦੇ ਬਾਰੇ ਬੋਲਦੇ ਰਹੇ ਆ, ਤੇ ਉਹਨਾਂ ਨੇ ਤਾਂ ਬਹੁਤ ਵੱਡੀਆਂ ਤੇ ਸਖਤ ਟਿੱਪਣੀਆਂ ਕੀਤੀਆਂ ਹੋਈਆਂ ਨੇ। ਉਹ ਸਾਰੀਆਂ ਲੋਕਾਂ ਦੇ ਮੋਬਾਈਲਾਂ ਦੇ ਵਿੱਚ YouTube ਦੇ ਉੱਤੇ ਸਾਰੀਆਂ ਵੀਡੀਓਜ਼ ਅਪਲੋਡ ਨੇ, ਉਹ ਸੁਣ ਸਕਦੇ। ਸੋ ਜਿਹੜਾ ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਤੇ ਪਾਰਟੀ ਨੂੰ ਉਹਨਾਂ ਹੀ ਲੀਹਾਂ ਤੇ ਫੇਰ ਚਲਾਈ ਰੱਖਣ ਲਈ ਜਿਨ੍ਹਾਂ ਨੇ ਬੇੜਾ ਗਰਕ ਕੀਤਾ, ਇਹ ਸਾਰਾ ਕੁਝ ਵਾਪਰ ਰਿਹਾ, ਇਹਨੇ ਹਜੇ ਹੋਰ ਮਾੜੇ ਦਿਨ ਦਿਖਾਉਣੇ। ਸਾਡੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀਗਾ ਕਿ ਚਲੋ ਜੀ ਹੁਣ ਖਹਿੜਾ ਛੁੱਟ ਜੂ, ਪਰ ਨਹੀਂ। ਜਿਹੜੇ ਲੋਕ ਛੱਡ ਕੇ ਭੱਜ ਰਹੇ ਨੇ, ਉਹਨਾਂ ਸਭ ਨੂੰ ਅਹਿਸਾਸ ਹੋ ਚੁੱਕਿਆ ਕਿ ਬਾਦਲ ਦਲ ਹੁਣ ਆਪਦੇ ਆਪ ਨੂੰ ਰੈਲੇਵੈਂਟ ਰੱਖਣ ਲਈ ਕਿਸੇ ਵੀ ਹੱਦ ਤੱਕ ਗਰਕ ਸਕਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਥਕ ਸੋਚ ਵਾਲੇ ਲੋਕਾਂ ਦਾ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਖਿਲਾਫ ਕੋਈ ਸਾਜ਼ਿਸ਼ ਬਣਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਜਾਂ ਕੁਝ ਹੋਰ ਪੁੱਠਾ ਸਿੱਧਾ ਜ਼ਰੂਰ ਕਰਨਗੇ, ਜਿਹਦੇ ਨਾਲ ਬਾਦਲ ਦਲ ਜਿਹੜਾ ਪ੍ਰਸੰਗਕ ਬਣਿਆ ਰਹੇ। ਤੇ
ਪੰਥ ਦਾ, ਧਰਮ ਦਾ, ਕੌਮ ਦਾ ਜਿਹੜਾ ਬੇੜਾ ਗਰਕ ਕਰਨ ਦਾ ਪ੍ਰੋਜੈਕਟ ਚੱਲ ਰਿਹਾ, ਜਿਹਦੇ ਵਿੱਚ RSS, ਹਿੰਦੂ ਸ਼ਿਵ ਸੈਨਾ, ਸਾਧ ਬਾਬੇ ਤੇ ਹੋਰ ਬਹੁਤ ਕੁਝ, ਦਮਦਮੀ ਟਕਸਾਲ ਦਾ ਮਣਾ ਮੂੰਹ ਸਤਿਕਾਰ ਕੌਮ ਕਰਦੀ ਅੱਜ ਵੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਬਾਬਾ ਠਾਕਰ ਸਿੰਘ ਨੇ, ਟਕਸਾਲੀ ਸਿੰਘਾਂ ਨੇ ਬਹੁਤ ਬੇਮਿਸਾਲ ਸੇਵਾ ਕੀਤੀ। ਪਰ ਅੱਜ ਦੇ ਸਮੇਂ ਦੇ ਵਿੱਚ ਬਾਦਲ ਦਲ ਨਾਲ ਹਰ ਮੌਕੇ ਮੋਢੇ ਨਾਲ ਮੋਢਾ ਖੜਾ ਰਹਿਣ ਕਰਕੇ ਇਹ ਸੰਸਥਾ ਨੇ ਵੀ ਆਪਣੇ ਆਪ ਨੂੰ ਇਤਿਹਾਸ ਦੇ ਵਿੱਚ ਗਲਤ ਥਾਂ ਤੇ ਕਰ ਲਿਆ, ਕਿਉਂਕਿ ਇਤਿਹਾਸ ਵਿੱਚ ਇਹ ਜ਼ਿਕਰ ਤਾਂ ਆਉਣਾ ਹੀ ਹੈ ਕਿ ਬਾਦਲ ਦਲ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਸੀ ਤੇ ਉਸ ਟਾਈਮ ਦਮਦਮੀ ਟਕਸਾਲ ਨੇ ਇਹਨੂੰ ਰੋਕਣ ਟੋਕਣ ਦੀ ਬਜਾਏ ਜਿਹੜਾ ਅਸਲੀ ਫਰਜ਼ ਬਣਦਾ ਸੀ, ਵੈਸੇ ਤਾਂ ਅਸਲੀ ਜ਼ਿੰਮੇਵਾਰੀ, ਅਸਲੀ ਫਰਜ਼ ਜਿਹੜਾ ਸੀ ਉਹ ਇਹ ਬਣਦਾ ਸੀ ਦਮਦਮੀ ਟਕਸਾਲ ਦਾ ਕਿ ਬਾਦਲ ਸਾਹਿਬ ਕਿਰਪਾ ਕਰੋ, ਕਿਉਂ ਪੰਜਾਬ ਦਾ, ਕਿਉਂ ਪੰਥ ਦਾ ਬੇੜਾ ਗਰਕ ਕਰਨ ਲੱਗੇ ਹੋਏ। ਪਰ ਅਫਸੋਸ ਕਿ ਦਮਦਮੀ ਟਕਸਾਲ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਬਾਕੀ ਜਿਹੜਾ ਸਾਧ ਲਾਣਾ, ਇਹਨਾਂ ਦਾ ਕੋਈ ਪਿਛੋਕੜ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ। ਇਹ ਸਾਰੇ ਤਾਂ 1990 91 ਤੋਂ ਉਹਨਾਂ ਕੁ ਦਿਨਾਂ ਦੇ ਵਿੱਚ ਪੈਦਾ ਕੀਤੇ ਆ ਸਰਕਾਰ ਨੇ, ਥਾਂ ਥਾਂ ਤੇ ਪਿੰਡਾਂ ਸ਼ਹਿਰਾਂ 'ਚ ਇਹਨਾਂ ਨੇ ਲਹਿਰ ਦਾ ਨੁਕਸਾਨ ਕੀਤਾ, ਸੰਘਰਸ਼ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਵੀ ਨਾਮ ਜਪੋ ਜੀ, ਬਾਣੀ ਜਪੋ ਜੀ, ਆਪੇ ਹੀ ਗੁਰੂ ਸਾਹਿਬ ਕਿਰਪਾ ਕਰਨਗੇ ਜੀ, ਪਹਿਲਾਂ ਖਾਲਸੇ ਬਣ ਜਾਓ ਫਿਰ ਖਾਲਿਸਤਾਨ ਲੈ ਲਿਓ। ਇਹ ਸਾਰੀਆਂ ਗੱਲਾਂ ਗੁਲਾਈਆਂ ਕਰਕੇ ਇਹ ਸਰਕਾਰ ਦੇ ਹੱਥਾਂ 'ਚ ਖੇਡਣ ਵਾਲੀ ਇੱਕ ਇਹੋ ਜਿਹੀ ਧਿਰ ਸੀ ਸੰਤ ਸਮਾਜ, ਜਿਹਨੇ ਸਿੱਖੀ ਦਾ ਤੇ ਸਿੱਖਾਂ ਦਾ ਜਿਹੜਾ ਸੀਗਾ ਹਰ ਪਾਸਿਓਂ ਨੁਕਸਾਨ ਕੀਤਾ। ਤੇ ਅੱਜ ਇਸ ਸੰਤ ਸਮਾਜ ਦੇ ਵੀ ਕਿੰਨੇ ਟੋਟੇ ਹੋ ਚੁੱਕੇ ਆ, ਪਰ ਸਿੱਖ ਜਗਤ ਨੂੰ, ਪੰਥ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਵੀ ਕਿ ਇਹ ਬਣੇ ਕਦੋਂ ਆ ਤੇ ਇਹ ਟੁੱਟਦੇ ਕਦੋਂ ਆ, ਕਿਉਂਕਿ ਇਹਨਾਂ ਨਾਲ ਪੰਥ ਦਾ ਤਾਂ ਟਕਰਾਵ ਆ। ਇਹ ਤਾਂ ਉਹਨਾਂ ਪੈਰਾਂ 'ਚ ਖੜੇ ਆ ਜਿਨ੍ਹਾਂ ਦੇ ਉੱਤੇ ਮਹੰਤ ਖੜੇ ਸੀ। ਸੋ ਇਹ ਲੋਕ ਸੁਪਨੇ ਦੇਖ ਰਹੇ ਨੇ ਕਿ BJP ਦੇ ਨਾਲ ਮਿਲ ਕੇ ਅਸੀਂ ਸਿੱਖਾਂ ਦੀਆਂ ਸੰਸਥਾਵਾਂ, ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰ ਸਕਦੇ ਹੋ, ਕੀਤਾ ਜਾ ਸਕਦਾ ਧੜੱਲੇ ਨਾਲ, ਸ਼ਕਤੀ ਨਾਲ, ਤਾਕਤ ਨਾਲ, ਸਭ ਕੁਝ ਸੰਭਵ ਆ। ਪਰ ਇਹ ਮਤ ਸਮਝੋ ਬਈ ਕੌਮ ਜਿਹੜੀ ਆ ਉਹ ਇਹਨਾਂ ਗੱਲਾਂ ਦੇ ਮਾਮਲੇ ਵਿੱਚ ਬਹੁਤ ਕੁਝ ਦੇਖ ਚੁੱਕੀ ਹੈ। ਕਬਜ਼ਾ ਤਾਂ ਦਰਬਾਰ ਸਾਹਿਬ ਦੇ ਉੱਤੇ ਜਦੋਂ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਸੀ ਉਦੋਂ ਵੀ ਇੱਥੇ ਕਿਸੇ ਦਾ ਸੀਗਾ। ਕਬਜ਼ਾ ਤਾਂ ਹੋਰ ਵੀ ਮੌਕਿਆਂ ਉੱਤੇ ਮੱਸਾ ਰੰਘੜ ਅੰਦਰ ਬੈਠਾ ਰਿਹਾ। ਕਬਜ਼ੇ ਕਰਨ ਨਾਲ ਥੋੜੀ ਗੱਲ ਬਣਦੀ ਹੈ। ਅੱਜ ਬਾਦਲ ਪਰਿਵਾਰ ਦਾ ਕਬਜ਼ਾ, ਪਰ ਇੱਕ ਵਕਤ, ਇੱਕ ਸਮਾਂ ਆਉਂਦਾ ਹੁੰਦਾ ਜਦੋਂ ਜਾ ਕੇ ਫਿਰ ਸਾਰਾ ਲੇਖਾ ਹੁੰਦਾ। ਇਤਿਹਾਸ ਸਾਡੇ ਸਾਹਮਣੇ ਆ। ਇਤਿਹਾਸ ਵਿੱਚ ਆਪਣਾ ਜ਼ਿਕਰ ਕਿਹਨੇ ਕਿੱਥੇ ਕਰਾਉਣਾ ਹਰੇਕ ਨੂੰ ਖੁੱਲੀ ਸਮਝ ਹੈ। ਕਿਹੜਾ ਕੋਈ ਨਿਆਣਾ, ਹਰੇਕ ਨੂੰ ਪਤਾ ਹੀ ਆ ਕਿ ਜੇਕਰ ਅਸੀਂ ਪੰਥਕ ਏਜੰਡੇ ਨਾਲ ਚੱਲਾਂਗੇ, ਜੇ ਅਸੀਂ ਇਹ ਨਹੀਂ ਦੇਖਾਂਗੇ ਕਿ ਆਹ ਬੰਦੇ ਨਾਲ ਆਪਣੀ ਬਣਦੀ ਆ ਤੇ ਇਹਦੀਆਂ ਗੱਲਾਂ ਆਪਾਂ ਢੱਕ ਲਓ, ਜਾਂ ਇਸ ਬੰਦੇ ਨਾਲ ਆਪਣੀ ਵਿਗੜੀ ਹੋਈ ਆ, ਇਹਦੀ ਚਾਹੇ ਗੱਲ ਠੀਕ ਵੀ ਆਪਾਂ ਉਹ ਗਲਤੀ ਕਹਿਣੀ ਹੈ। ਸੋ ਇਹ ਗੱਲਾਂ ਨਹੀਂ ਚੱਲਦੀਆਂ ਹੁੰਦੀਆਂ। ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਸਿੱਖ ਜਗਤ ਦਾ, ਸਿੱਖ ਕੌਮ ਦਾ, ਖਾਲਸਾ ਪੰਥ ਦਾ ਮਾੜਾ ਮੂੰਹ ਨੁਕਸਾਨ ਕੀਤਾ। ਜੇ ਇਹਦੇ ਕੋਲੇ ਦੁਬਾਰਾ ਤਾਕਤ ਆਉਂਦੀ ਆ ਤਾਂ ਇਹਦਾ ਮਤਲਬ ਹੈਗਾ ਕਿ ਜਿਵੇਂ ਮੱਸੇ ਰੰਘੜ ਵਾਲੀ ਧਿਰ ਨੂੰ ਦੁਬਾਰਾ ਆਪਾਂ ਕਾਬਜ਼ ਕਰਨਾ। ਸੰਤ ਸਮਾਜ ਜਿਹੜਾ ਹੈ ਉਹ RSS ਦਾ, ਬ੍ਰਾਹਮਣਵਾਦ ਦਾ ਝੰਡਾ ਬਰਦਾਰ ਬਣਿਆ ਹੋਇਆ, ਜਿਹਨੇ ਦਮਦਮੀ ਟਕਸਾਲ ਨੂੰ ਵੀ ਆਪਦੇ ਨਾਲ ਲੈ ਕੇ ਜਿਸ ਤਰੀਕੇ ਨਾਲ ਸਿੱਖ ਜਿਹੜੀ ਸਾਡੀ ਵਿਚਾਰਧਾਰਾ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਸਿੱਖ ਨਾਨਕਸ਼ਾਹੀ ਕੈਲੰਡਰ ਤੇ ਜਿਹੜਾ ਸਿੱਖ ਰਹਿਤ ਮਰਿਆਦਾ, ਸੋ ਇਹ ਸਾਰੇ ਮਸਲੇ ਨੇ। ਇਹ ਮਸਲੇ ਸਾਨੂੰ ਕਿੱਥੇ ਲਿਆ ਕੇ ਸਿੱਟਦੇ ਆ? ਅਸੀਂ ਬਾਦਲ, ਨਾਨਕਸ਼ਾਹੀ ਕੈਲੰਡਰ, ਸੰਤ ਸਮਾਜ ਇਹਨਾਂ ਮਸਲਿਆਂ 'ਚ ਉਲਝ ਕੇ ਰਹਿ ਜਾਾਂਗੇ। ਅਸੀਂ ਆਪਦੀ ਕੌਮ ਦਾ ਜਿਹੜਾ ਘਰ ਬਣਾਉਣਾ, ਅਸੀਂ ਉਹਦੇ ਲਈ ਇਕੱਠੇ ਨਹੀਂ ਹੋ ਪਾਵਾਂਗੇ। ਇਸੇ ਕਰਕੇ ਬੀਤੇ ਸਮੇਂ ਦੇ ਵਿੱਚ ਮੈਂ ਕਈ ਵਾਰ ਇਹ ਗੱਲਾਂ ਕੀਤੀਆਂ ਨੇ ਕਿ ਸਾਡੇ ਸਾਹਮਣੇ ਬੜੇ ਇਹੋ ਜਿਹੇ ਮਸਲੇ ਆ ਜਿਨ੍ਹਾਂ ਤੇ ਅਸੀਂ ਇਕਜੁੱਟ ਤੇ ਇਕਮੁੱਠ ਨਹੀਂ ਹੋ ਸਕਦੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਦਿੱਤੇ ਨਿਸ਼ਾਨੇ ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਆਪਸ ਵਿੱਚ ਹੀ ਲੜਾ ਕੇ ਮਾਰਨ ਵਾਲੀਆਂ ਗੱਲਾਂ ਹੋ ਰਹੀਆਂ ਨੇ ਕਿ ਆਪੇ ਹੀ ਅੱਧੇ ਜਾਣੇ ਕੈਲੰਡਰ ਦੇ ਹੱਕ 'ਚ ਹੋ ਜਾਣਗੇ, ਅੱਧੇ ਖਿਲਾਫ ਹੋ ਜਾਣਗੇ। ਆਪੇ ਹੀ ਸਿੱਖ ਰਹਿਤ ਮਰਿਆਦਾ ਦੇ ਨਾਂ ਤੇ ਲੜਾ ਦੋ ਇਹਨਾਂ ਨੂੰ ਵੀ ਨਹੀਂ ਜੀ ਮਰਿਆਦਾ ਤਾਂ ਇਹ ਗਲਤ ਵਾ, ਇਹ ਤਾਂ ਖਰੜਾ, ਇਹ ਤਾਂ ਫਲਾਨਾ। ਸੋ ਬੇਅੰਤ ਢੰਗ ਤਰੀਕਿਆਂ ਨਾਲ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਦੇ ਪਹਿਰਾ ਦੇਣ ਵਾਲਿਆਂ ਨੂੰ ਆਪਸ ਵਿੱਚ ਹੀ ਤਾਟੋ ਧੜ ਕਰਨ, ਲੜਾਉਣ ਦੇ ਵਿੱਚ ਜਿਹੜੇ ਹੈਗੇ ਆ ਉਹ ਇਹੋ ਜਿਹੇ ਸਿਹੇ ਦੇ ਤੱਕਲੇ ਕੱਢੇ ਜਾ ਰਹੇ ਆ ਵੀ ਸਦਾ ਲਈ ਹੁਣ ਜੇਕਰ ਦੇਖਿਆ ਜਾਵੇ ਤਾਂ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹਦੇ 'ਚ ਸਾਡੇ ਇਕੱਠੇ ਰਹਿਣ ਦੇ ਮੌਕੇ ਘਟਾਏ ਜਾ ਰਹੇ ਨੇ।
ਤੇ ਜਿਹੜੀ ਪੰਥਕ ਸ਼ਕਤੀ ਆ ਉਹਨੂੰ ਇੱਕ ਦੂਜੇ ਦੇ ਖਿਲਾਫ ਕਰਨ ਦੇ ਮੌਕੇ ਵਧਾਏ ਜਾ ਰਹੇ। ਪਰ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਜਿਵੇਂ ਐਤਕੀ ਆ ਚਮਤਕਾਰ ਹੀ ਹੋਇਆ। ਕਿਹੜਾ ਸੋਚਦਾ ਸੀਗਾ ਕਿ ਬਾਦਲ ਦਲ ਦੀ ਇੰਨੀ ਲੱਗਦਾ ਸੀ 30-32 ਸੀਟਾਂ ਤੇ ਜਿੱਤੀ ਜਾਣਗੇ, ਪਰ ਧੋਬੀ ਪਟੜਾ ਵੱਜ ਗਿਆ। ਦਿੱਲੀ ਵਿੱਚ ਵੀ ਇਹਨਾਂ ਦੇ ਹੱਥੋਂ ਸਭ ਕੁਝ ਜਾ ਰਿਹਾ। ਇਹ ਚੀਜ਼ਾਂ ਜੇ ਇਹ ਅਕਲ ਲੈ ਲੈਂਦੇ ਫੇਰ ਤਾਂ ਗੱਲ ਹੋਰ ਸੀ, ਪਰ ਇਹ ਤਾਂ ਕਹਿੰਦੇ ਆ ਜੋ ਅਸੀਂ ਕੀਤਾ ਉਹ ਠੀਕ ਕੀਤਾ, ਗਾਂ ਵੀ ਇਹੀ ਕਰਾਂਗੇ। ਸੋ ਉੱਪਰ ਬੈਠਾ ਦਾਤਾ ਸਭ ਕੁਝ ਦੇਖ ਰਿਹਾ। ਸਾਡੇ ਸਿੱਖਾਂ ਦੀਆਂ ਅਰਦਾਸਾਂ ਜਿਹੜੀਆਂ ਨੇ ਉਹ ਸੁਣ ਲੀਆਂ ਨੇ। ਸੰਗਤਾਂ ਦੀਆਂ ਅਰਦਾਸਾਂ ਨੂੰ ਮੁੱਖ ਰੱਖ ਕੇ ਜੋ ਬਾਦਲ ਦਲ ਦਾ ਇਹ ਕਰਾਰਾ ਝਟਕਾ ਇਸ ਵਾਰੀ ਦਿੱਤਾ ਗਿਆ, ਇਹ ਬਿਲਕੁਲ ਸਹੀ ਹੋਇਆ। ਇਹ ਇਤਿਹਾਸ ਦੀ ਲੋੜ ਸੀ। ਜੇ ਬਾਦਲ ਦਲ ਨਹੀਂ ਸੰਭਲਦਾ, ਨਹੀਂ ਸਮਝਦਾ, ਤੇ ਕਈ ਉਹਨਾਂ ਦੇ ਦੇਖੇ ਆ ਸੋਸ਼ਲ ਮੀਡੀਆ ਉੱਤੇ ਜਿਹੜੇ ਉਹਨਾਂ ਦੇ ਬਾਹਰਲੇ ਮੁਲਕਾਂ 'ਚ ਬੈਠੇ ਆ, ਖਾਸ ਤੌਰ ਤੇ ਸਪੋਰਟਰ, ਪੰਜਾਬ ਵਾਲਿਆਂ ਨੂੰ ਤਾਂ ਇੱਥੇ ਕਿਉਂਕਿ ਆਪ ਭੋਗਦੇ ਆ, ਛੇਤੀ ਪਤਾ ਹੈਗਾ ਵੀ ਗਲੀ ਗਵਾਂਢ 'ਚ ਉੱਠ ਕੇ ਕਿਸੇ ਨੇ ਜਦੀ ਘੇਰ ਲੈਣਾ ਵੀ ਭਰਾਵਾ ਕਾਹਨੂੰ ਹਜੇ ਕੋਈ ਕਸਰ ਰਹਿੰਦੀ ਹੈ। ਤੋਂ ਦੂਰ ਦਰਾਡੇ ਬੈਠੇ ਆ ਜਿਹੜੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਉਹਨਾਂ ਨੂੰ ਨਾ ਪਤਾ ਨਾ ਵਾਸਤਾ, ਉਹ ਕਹਿੰਦੇ ਆ ਜੀ ਨਹੀਂ ਪੰਥ ਦੀ ਜਮਾਤ ਆ ਜੀ। ਫਿਰ ਹੋਰ ਜੀ ਮਤਲਬ ਜਿਵੇਂ ਨਾ ਬਾਦਲ ਪਰਿਵਾਰ ਹੀ ਪੰਥ ਨੂੰ ਉਤਾਰੂਗਾ, ਜੇ ਸਿੱਖੀ ਬਚਣੀ ਆ ਤਾਂ ਬਾਦਲ ਦਲ ਹੀ ਬਚਾਊਗਾ। ਕਹਿੰਦੇ ਅਕਾਲੀ ਦਲ ਦੀ ਬੜੀ ਲੋੜ ਆ। ਜਦੋਂ ਅਕਾਲੀ ਦਲ ਨਹੀਂ ਸੀ ਉਦੋਂ ਵੀ ਪੰਥ ਚੱਲਦਾ ਰਿਹਾ। ਇਹ ਸਾਰੇ ਬਾਦਲ ਦਲ ਵਾਲੇ ਸਾਰੇ ਮਰ ਮੁੱਕ ਜਾਣ ਫਿਰ ਕਿਹੜਾ ਪੰਥ ਨੂੰ ਕੁਛ ਹੋਣ ਲੱਗਿਆ। ਪੰਥ ਨੂੰ ਬਚਾਉਣ ਲਈ ਪੰਥ ਦੀ ਲੋੜ ਆ, ਉਹ ਗੁਰੂ ਹੈਗਾ, ਉਹ ਗੁਰੂ ਪੰਥ ਹੈ। ਸੋ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੀ ਲੋੜ ਆ। ਸੱਚੇ ਪਾਤਸ਼ਾਹ ਸਾਹਮਣੇ ਅਰਦਾਸ ਬੇਨਤੀਆਂ ਨੇ ਕਿ ਸਾਨੂੰ ਸਮੱਤ ਬਖਸ਼ਣ। ਤੇ ਇਹ ਜਿਹੜਾ ਵਕਤੀ ਦੌਰ ਆ, ਇਹੋ ਜਿਹੇ ਕਈ ਬਾਦਲ ਆਏ ਤੇ ਇਹਨਾਂ ਨੂੰ ਜਦੋਂ ਇਤਿਹਾਸ ਬਣਨਾ, ਇੱਕ ਨਿੱਕਾ ਜਿਹਾ ਫੁੱਟ ਨੋਟ ਮਿਲਣਾ ਜਿਹ 'ਚ ਲਿਖਿਆ ਹੋਊਗਾ ਕਿ ਇਸ ਸਾਲ ਤੋਂ ਲੈ ਕੇ ਇਸ ਸਾਲ ਤੱਕ ਸਿੱਖੀ ਦੇ ਦੋਖੀਆਂ ਦੇ ਵਿੱਚ ਬਾਦਲ ਪਰਿਵਾਰ ਸੀਗਾ, ਜਿਹਦੇ ਨਾਲ ਆਹ ਲੋਕ ਹੁੰਦੇ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਜੋ ਵਿਪਤਾਵਾਂ ਆਉਣਗੀਆਂ, ਜੋ ਮਸਲੇ ਆਉਣਗੇ, ਉਹਨਾਂ ਤੇ ਚਰਚਾ ਕਰਦੇ ਰਹਾਂਗੇ। ਅੱਜ ਲਈ ਇੰਨਾ ਹੀ ਕਾਫੀ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।